मित्र प्यारे हाल मुरीदा दा कहना। गुरु नानक पाद पंकज बंद पाद पंकज सिमरो अंगद दुख निकंदन गुर अमरदास हृदय नित श्री गुरु रामदास गुण गुर अर्जन विघ्नन के नासक विघ्नन के ना हर गोविंद शुभ सुमत पर श्री हर राय नमोकार मोकार जो श्री हर कृष्ण मनाऊं बहोरी गुरु तेग बहादुर परम कृपाला जी परम कृपा श्री गुरु गोविंद सिंह बैसाला तरो तरा पर पुन पुन जी पुन पुन सीसा बंदों बार बार जगदीश एक ओंकारा सतगुरु तेह प्रसाद सच होय। वाहिगुरु जी की फतेह है विघ्न विनाशन सो। वाहिगुरु जी की फतेह है विघ्न विनाशन सोए। अब साखी सुखा सिंह की सुनिए मन चित लाए कंबो की माड़ी भयो जात करमान कहाए। वाहिगुरु जी का खालसा वाहिगुरु जी की फतेह। परम सन्मानयोग सतगुरु साहिब जी की साजी और निवाजी हुई गुरु खालसा गुरु सरूप साध संगत जी आप जी सरबत संगतां गरीब नवाज सतगुरु धन धन श्री गुरु ग्रंथ साहिब जी महाराज साहिब जी दे पावन पवित्र चरणां कमलां पास जुड़ के हरि जस सरवण करके जीवन का अमोलक समा सवासां नूं सफला बना रहे हो। लड़ीवार कथा श्री गुरु पंथ प्रकाश की आप सरवण कर रहे हो। कल का जो प्रकरण सी भाई बोता सिंह भाई गरजा सिंह तिन्हां दी साही आप जी ने सरवण कीती है। अपने जथे नालों विछड़ के भाई बोता सिंह ते गरजा सिंह श्री तरन ताਰਨ साहब दे इलाके दे विच ਝਬਾਲ ਦਾ जो इलाका है ਉਹਦੇ जंगलों ਦੇ ਵਿੱਚ काफ़ी ਸਮਾਂ ਵਿਚਰਦੇ ਰਹੇ ਤੇ ਕਿਸੇ ने भाई बोता सिंह ਨੂੰ ਵੇਖ के ਇਹ ਬੋਲੀ ਮਾਰੀ भी ਵੇਖਣ ਨੂੰ ਤਾਂ ਸਿੰਘ ਲੱਗਦਾ है। दूजे आख्या सिंह तो मार दिते ने नवाब ने सिंह कित्थे जिउंदा है। वो कहंदा वेखण नूं तां सिंह ही है। दूजे जवाब दिता कोई भेखी होवेगा सिंह तां लुकदा ही कोई नहीं। खालसा तां मार दिता है। पंजाब दे विचों जकरिया खान ने ये गल जरी नहीं गई भाई बोता सिंह कोलों। ਨੂਰ ਦੀ ਸਰਾਂ ਦੇ ਪਾਸ ਜਿੱਥੋਂ ਤੁਰਕ ਲੰਘ ਕੇ ਜਾਂਦੇ ਸਨ ਉੱਥੇ ਉਹਨਾਂ ਨੇ
ਲੱਕੜਾਂ ਆਦਿਕ ਗੱਡ ਕੇ ਇੱਕ ਕਿਲ੍ਹਾ ਜਿਹਾ ਬਣਾ ਲਿਆ। ਆਕੀ ਹੋ ਕੇ ਬਹਿ ਗਏ ਵੀ ਖਾਲਸਾ ਆਕੀ ਹੈ। ਇੱਕ ਪੈਸਾ ਖੋਤੇ ਨੂੰ ਤੇ 4 ਪੈਸੇ ਗੱਡੇ ਨੂੰ ਲਾ ਦਿੱਤੇ। ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਦੋਨੇ ਹੀ ਸਿੰਘ ਉੱਥੇ ਖਲੋ ਗਏ। ਜਦੋਂ ਆਕੀ ਹੋ ਕੇ ਖਲੋ ਗਏ, ਉਡੀਕ ਕਰਦੇ ਸਨ ਵੀ ਕਿਤੇ ਤੁਰਕ ਆਉਣਗੇ, ਜ਼ਕਰੀਏ ਖਾਨ ਨੂੰ ਝੂਠਾ ਕਰਨਾ ਹੈ ਵੀ ਸਿੰਘ ਜਿਉਂਦੇ ਨੇ। ਪਰ ਹਲੇ ਤੱਕ ਫੌਜ ਨਹੀਂ ਆਈ ਤੇ ਚਿੱਠੀ ਲਿਖ ਦਿੱਤੀ ਉਹਨਾਂ ਨੇ ਲਾਹੌਰ ਦਰਬਾਰ ਨੂੰ ਵੀ ਨਾਮ ਮੇਰਾ ਬੋਤਾ ਤੇ ਹੱਥ ਦੇ ਵਿੱਚ ਸੋਟਾ ਹੈ, ਪੈਸਾ ਖੋਤੇ ਨੂੰ ਤੇ 4 ਪੈਸੇ ਜਿਹੜੇ ਨੇ ਇਹ ਕਾਨਾ ਗੱਡੇ ਨੂੰ ਲਾ ਦਿੱਤਾ। ਖਾਨੋ ਭਾਬੀ ਨੂੰ ਕਹਿ ਦਿਓ ਤੇਰਾ ਦੇਵਰ ਬੋਤਾ ਸਿੰਘ ਬੋਲਦਾ ਹੈ। ਇਹ ਚਿੱਠੀ ਪੜ੍ਹ ਕੇ ਜ਼ਕਰੀਆ ਖਾਨ ਸੜਬਲ ਗਿਆ। ਜਲਾਲਦੀਨ 100 ਸਵਾਰ ਦੇ ਕੇ ਭੇਜਿਆ। ਸਿੰਘ ਦੋਨੇ ਤਿਆਰ ਬਰ ਤਿਆਰ ਹੋ ਗਏ। ਫੌਜ ਵੇਖ ਕੇ ਜੰਗ ਸ਼ੁਰੂ ਹੋ ਗਿਆ। ਸਿੰਘਾਂ ਕੋਲ ਸੋਟੇ ਸਨ, ਸੋਟਿਆਂ ਨਾਲ ਜੰਗ ਕੀਤਾ ਉਹਨਾਂ ਨੇ। ਤੁਰਕਾਂ ਦੀ ਵਾਹ ਨਹੀਂ ਚੱਲਣ ਦਿੱਤੀ। ਤੁਰਕਾਂ ਨੂੰ ਵੀ ਸਮਝ ਆ ਗਈ ਵੀ ਇੱਦਾਂ ਨਹੀਂ ਮਰਨੇ। ਉਹਨਾਂ ਨੇ ਦੂਰੋਂ ਖਲੋ ਕੇ ਸਿੰਘਾਂ 'ਤੇ ਹਮਲਾ ਕੀਤਾ, ਗੋਲੀਆਂ ਮਾਰੀਆਂ ਤੇ ਜਿਨ੍ਹਾਂ ਹੱਥਾਂ ਵਿੱਚ ਸੋਟੇ ਫੜੇ ਸਨ ਉਹ ਹੱਥ ਤੋੜ ਦਿੱਤੇ, ਹੱਡੀਆਂ ਭੰਨ ਦਿੱਤੀਆਂ ਗੋਲੀ ਮਾਰ ਕੇ। ਇੱਕ ਇੱਕ ਲੱਤ ਤੋੜ ਦਿੱਤੀ, ਲੰਗੜੇ ਕਰ ਦਿੱਤੇ। ਪਰ ਸਿੰਘ ਫਿਰ ਵੀ ਪਰਵਾਹ ਨਹੀਂ ਸਨ ਮੰਨਦੇ। ਇੱਕ ਇੱਕ ਲੱਤ ਦੇ ਆਸਰੀ ਦੌੜ ਦੌੜ ਕੇ ਤੁਰਕਾਂ ਨੂੰ ਮਾਰਦੇ ਨੇ। ਅਖੀਰ ਉਹਨਾਂ ਨੇ ਗੋਲੀਆਂ ਮਾਰ ਕੇ ਦੋਨੇ ਲੱਤਾਂ ਭੰਨ ਦਿੱਤੀਆਂ ਤੇ ਕੂਹਣੀਆਂ ਦੇ ਆਸਰੇ ਵੀ ਸਿੰਘ ਲੜਦੇ ਰਹੇ। ਯਾਨੀ ਕਿ ਜਿਤਨੀ ਦੇਰ ਤੱਕ ਸਰੀਰ ਵਿੱਚ ਪ੍ਰਾਣ ਸਨ ਸਿੰਘ ਪਿੱਛੇ ਨਹੀਂ ਹਟੇ। ਫਿਰ ਤੁਰਕਾਂ ਨੇ ਮਾਰ ਕੇ ਤਲਵਾਰਾਂ ਸਿੰਘ ਟੋਟੇ ਟੋਟੇ ਕਰ ਦਿੱਤੇ ਵੀ ਕਿਤੇ ਫਿਰ ਨਾ ਉੱਠ ਕੇ ਖਲੋ ਜਾਣ। ਇਸ ਤਰ੍ਹਾਂ ਜਾਏ ਰਹੇ ਵੈ ਸ਼ਹੀਦਨ ਡੇਰੇ, ਪੀਰ ਪੈਗੰਬਰ ਫੜ ਜਨ ਘੇਰੇ। ਜਿਨ੍ਹਾਂ ਸ਼ਹੀਦਾਂ ਨੇ ਵੱਡੇ ਵੱਡੇ ਪੀਰ ਪੈਗੰਬਰਾਂ ਨੂੰ ਵੀ ਘੇਰ ਲਿਆ, ਕਿਸੇ ਦੀ ਈਨ ਨਾ ਮੰਨੀ, ਉਹਨਾਂ ਸ਼ਹੀਦਾਂ ਦੇ ਡੇਰੇ ਵਿੱਚ ਜਾ ਰਲੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ। ਇਸ ਤਰ੍ਹਾਂ ਬੜੀ ਵੱਡੀ ਸ਼ਹਾਦਤ ਇਹਨਾਂ 2 ਸਿੱਖਾਂ ਨੇ ਪ੍ਰਾਪਤ ਕੀਤੀ ਹੈ। ਆਓ ਅਗਲੀ ਕਥਾ ਸਰਵਣ ਕਰੀਏ ਮਨ ਬਿਰਤੀਆਂ ਇਕਾਗਰ ਕਰਨ ਵਾਸਤੇ। ਸਰਬੱਤ ਗੁਰ ਸਿੱਖ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਬ ਸਾਖੀ ਸੁਖਾ ਸਿੰਘ ਕੀ ਸੁਣੀਏ ਮਨ ਚਿਤ ਲਾਏ। ਭਾਈ ਰਤਨ ਸਿੰਘ ਜੀ ਲਿਖਦੇ ਹਨ, ਹੇ ਗੁਰੂ ਕੇ ਸਿੰਘੋ ਗੁਰੂ ਖਾਲਸਾ ਜੀ, ਹੁਣ ਭਾਈ ਸੁਖਾ ਸਿੰਘ ਦੀ ਕਥਾ ਸਰਵਣ ਕਰੋ। ਮਨ ਚਿਤ ਲਾ ਕੇ, ਮਨ ਨੂੰ ਇਕਾਗਰ ਕਰਕੇ ਇਸ ਬਹਾਦਰ ਸੂਰਬੀਰ ਯੋਧੇ ਦੀ ਕਥਾ ਸਰਵਣ ਕਰੋ। ਕੰਬੋ ਕੀ ਮਾੜੀ ਭਇਓ ਜਾਤ ਖਾਨ ਕਹਾਏ। ਲਾਹੌਰ ਦੇ ਇਲਾਕੇ ਦੇ ਵਿੱਚ ਕੰਬੋ ਕੀ ਮਾੜੀ ਨਾਮ ਦਾ ਇੱਕ ਗ੍ਰਾਮ ਪਿੰਡ ਹੈ। ਇਸ ਪਿੰਡ ਦੇ ਵਿੱਚ ਭਾਈ ਸੁਖਾ ਸਿੰਘ ਰਹਿੰਦੇ ਸਨ। ਇੱਥੇ ਉਹਨਾਂ ਦਾ ਜਨਮ ਹੋਇਆ ਔਰ ਜਾਤ ਦੇ ਉਹ ਤਰਖਾਣ ਕਹਾਉਂਦੇ ਹਨ। ਜੋ ਪਈ ਬਰਸ 12 ਕੋ ਜਬ ਵਹਿ ਭਇਓ। ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਭਾਈ ਸੁਖਾ ਸਿੰਘ ਦਾ ਜਨਮ ਹੋਇਆ ਤੇ ਜਦੋਂ 12 ਸਾਲਾਂ ਦੇ ਹੋ ਗਏ ਹਨ, ਮਾਤਾ ਪਿਤਾ ਵਿਵਾਹਸ ਗਇਓ। ਮਾਤਾ ਪਿਤਾ ਨੇ ਭਾਈ ਸੁਖਾ ਸਿੰਘ ਦਾ ਵਿਆਹ ਕਰ ਦਿੱਤਾ। ਉਦੋਂ ਲੋਕ ਛੋਟੇ ਹੁੰਦਿਆਂ ਵਿਆਹ ਕਰਦੇ ਸਨ ਤੇ ਮੁਕਲਾਵਾ ਬਾਅਦ 'ਚ ਲੈ ਕੇ ਆਉਂਦੇ ਸਨ। ਵਿਆਹ ਤਾਂ ਕਰ ਦਿੱਤਾ ਪਰ ਮੁਕਲਾਵਾ ਨਹੀਂ ਲੈ ਕੇ ਆਏ। 12 ਸਾਲ ਦੀ ਉਮਰ ਵਿੱਚ ਭਾਈ ਸੁਖਾ ਸਿੰਘ ਦਾ ਵਿਆਹ ਹੋਇਆ ਚਾਉ ਉਪਜਿਓ ਉਸ ਚਿਤ ਮੈਂ ਆਏ। ਤੇ ਉਹਨਾਂ ਦਾ ਸਿੰਘਾਂ ਦੇ ਨਾਲ ਬਹਿਣ ਉੱਠਣ ਸੀਗਾ। ਸਿੰਘਾਂ ਦੇ ਚਰਚੇ ਸੁਣਦੇ ਰਹਿੰਦੇ ਸਨ, ਉਹਨਾਂ ਦੀ ਕਥਾ ਸੁਣਦੇ ਰਹਿੰਦੇ ਸਨ ਤੇ ਮਨ ਬੜਾ ਪ੍ਰਭਾਵਿਤ ਹੋ ਗਿਆ ਸਿੱਖੀ ਤੋਂ ਭਾਈ ਸੁਖਾ ਸਿੰਘ ਦੇ। ਤੇ ਮਨ ਦੇ ਅੰਦਰ ਚਾਉ ਪੈਦਾ ਹੋ ਗਿਆ ਵੀ ਮੈਂ ਵੀ ਗੁਰੂ ਕਾ ਸਿੱਖ ਬਣ ਜਾਵਾਂ, ਮੈਂ ਸਿੰਘ ਬਣ ਜਾਵਾਂ। ਹਾਲਾਂਕਿ ਉਹਨਾਂ ਦੇ ਪਰਿਵਾਰ ਵਿੱਚ ਕੋਈ ਸਿੰਘ, ਕੋਈ ਅੰਮ੍ਰਿਤਧਾਰੀ ਨਹੀਂ ਸੀਗਾ,
ਪਰ ਭਾਈ ਸੁੱਖਾ ਸਿੰਘ ਦੇ ਮਨ ਅੰਦਰ ਹੀ ਲਾਲਸਾ ਪੈਦਾ ਹੋਈ ਵੀ ਮੈਂ ਸਿੰਘ ਸਜਣਾ ਹੈ। ਲਈ ਪਾਹੁਲ ਅੰਮ੍ਰਿਤਸਰ ਜਾਏ, ਤੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਇੱਥੇ ਆ ਕੇ ਖੰਡੇ ਬਾਟੇ ਦੀ ਪਾਹੁਲ ਉਹਨਾਂ ਨੇ ਪ੍ਰਾਪਤ ਕੀਤੀ ਹੈ। ਜਹ ਸਿੱਖ ਸੰਗਤ ਇਕੱਠੀ ਹੋਏ, ਫਿਰ ਇਸ ਤੋਂ ਬਾਅਦ ਜਿੱਥੇ ਵੀ ਸਿੱਖ ਸੰਗਤਾਂ ਦਾ ਜੋੜ ਮੇਲਾ ਹੁੰਦਾ ਹੈ, ਜਿੱਥੇ ਵੀ ਸੰਗਤਾਂ ਇਕੱਠੀਆਂ ਹੁੰਦੀਆਂ ਹਨ, ਜਿਵ ਤਿਮ ਕਰਕੇ ਪਹੁੰਚਿਆ ਸੋਏ, ਜਿਵੇਂ ਕਿਵੇਂ ਕਰਕੇ ਯਤਨ ਕਰਕੇ ਭਾਈ ਸੁੱਖਾ ਸਿੰਘ ਸੰਗਤ ਦੇ ਜੋੜ ਮੇਲੇ ਵਿੱਚ ਪਹੁੰਚ ਜਾਂਦੇ ਹਨ। ਜੇ ਉਹ ਸਿੰਘ ਉਸਕੇ ਘਰ ਆਵੇ, ਜੇਕਰ ਕੋਈ ਸਿੰਘ ਉਹਦੇ ਘਰ ਆ ਜਾਂਦਾ ਹੈ, ਪੁਰਾਣੇ ਸਮਿਆਂ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਸੀ। ਕੋਈ ਰਾਹਗੀਰ ਹੁੰਦਾ ਸੀ ਪਿੰਡ 'ਚ, ਪਤਾ ਲੱਗ ਜਾਂਦਾ ਵੀ ਫਲਾਣਾ ਸਿੰਘ ਇੱਥੇ ਰਹਿੰਦਾ ਹੈ। ਉਹਨਾਂ ਸਿੰਘਾਂ ਦੇ ਘਰ ਵਿਸ਼ਰਾਮ ਕਰ ਲੈਂਦੇ ਸਨ ਪੁਰਾਤਨ ਸਿੰਘ। ਲੰਗਰ ਪਾਣੀ ਛਕਣਾ, ਸਿੰਘਾਂ ਨੇ ਪ੍ਰੇਮ ਨਾਲ ਸੇਵਾ ਕਰਨੀ। ਭਾਈ ਸੁੱਖਾ ਸਿੰਘ ਵੀ ਇਸੇ ਪ੍ਰਕਾਰ ਆਏ ਗਏ ਸਿੰਘਾਂ ਦੀ ਬੜੀ ਸੇਵਾ ਕਰਦੇ ਹਨ। ਸੋ ਸ਼ੋਹਰਤ ਚੁਗਲਨ ਪੈ ਗਈ, ਹੁਣ ਹੌਲੀ ਹੌਲੀ ਉਹਨਾਂ ਦੀ ਸ਼ੋਹਰਤ ਹੋ ਗਈ, ਵਡਿਆਈ ਹੋਣ ਲੱਗ ਪਈ। ਸੁਭਾਅ ਦੇ ਬੜੇ ਮਲਾਪੜੇ ਤੇ ਮਿੱਠੇ ਸੁਭਾਅ ਦੇ ਸਿੱਖ ਸਨ। ਉਮਰ ਵੀ ਕੋਈ ਬਹੁਤੀ ਜ਼ਿਆਦੀ ਨਹੀਂ ਸੀ ਤੇ ਸਿੰਘਾਂ ਦੀ ਜਦੋਂ ਸੇਵਾ ਕਰਨ ਲੱਗ ਪਏ ਤੇ ਵਡਿਆਈ ਹੋਣ ਲੱਗ ਪਈ। ਜਿਹੜੇ ਚੁਗਲਖੋਰ ਸਨ ਉਹਨਾਂ ਦੇ ਕੋਲੋਂ ਇਹ ਗੱਲ ਜਰੀ ਨਾ ਗਈ। ਉਹਨਾਂ ਨੇ ਜਾ ਕੇ ਜ਼ਕਰੀਆ ਖਾਨ ਦੇ ਪਾਸ ਚੁਗਲੀ ਕਰ ਦਿੱਤੀ ਹੈ ਫੌਜ ਚੜਾਏ ਚੁਗਲਨ ਸੰਗ ਲਈ, ਤੇ ਚੁਗਲਾਂ ਨੇ ਆਪਣੇ ਨਾਲ ਤੁਰਕਾਂ ਦੀ ਫੌਜ ਚੜਾ ਲਈ ਕਿ ਸੁੱਖਾ ਸਿੰਘ ਨੂੰ ਗ੍ਰਿਫਤਾਰ ਕਰਕੇ ਤੇ ਸ਼ਹੀਦ ਕਰ ਦਿਆਂਗੇ। ਉਸ ਦਿਨ ਉਤੋਂ ਨਾ ਵਹਿ ਘਰ ਸਿੱਖ, ਸੁੱਖਾ ਸਿੰਘ ਦੇ ਵੱਡੇ ਭਾਗ ਸਨ ਕਿ ਜਿਸ ਦਿਨ ਉਹ ਤੁਰਕਾਂ ਦੀ ਫੌਜ ਚੜ੍ਹ ਕੇ ਆਈ ਉਸ ਦਿਨ ਉਹ ਘਰ ਨਹੀਂ ਸੀਗਾ। ਕਿਸੇ ਕਾਰਜ ਨੂੰ ਕਰਨ ਵਾਸਤੇ, ਕਿਸੇ ਕੰਮ ਨੂੰ ਕਰਨ ਵਾਸਤੇ ਕਿਤੇ ਬਾਹਰ ਗਿਆ ਹੋਇਆ ਸੀ। ਹਿਮ ਕਰ ਉਨਕੋ ਪਰੇ ਉਹਨਾਂ ਦੇਖ, ਇਸ ਪ੍ਰਕਾਰ ਤੁਰਕਾਂ ਦੀ ਫੌਜ ਨੂੰ ਸੁੱਖਾ ਸਿੰਘ ਨਜ਼ਰ ਨਹੀਂ ਆਇਆ, ਦਿਸਿਆ ਨਹੀਂ ਹੈ। ਫੌਜ ਹਾਂਜੀ, ਫੌਜ ਮੁੜੀ ਜਬ ਉਤ ਤੇ ਗਈ, ਇਸ ਤਰ੍ਹਾਂ ਲੱਭ ਕੇ ਸੁੱਖਾ ਸਿੰਘ ਨੂੰ ਪਿੰਡ ਦੇ ਵਿੱਚੋਂ, ਘਰ ਦੇ ਵਿੱਚੋਂ ਚੰਗੀ ਤਰ੍ਹਾਂ ਤਲਾਸ਼ੀ ਕੀਤੀ ਵੀ ਕਿਤੇ ਨਾ ਕਿਤੇ ਬੈਠਾ ਹੋਵੇਗਾ। ਪਰ ਜਦੋਂ ਸੁੱਖਾ ਸਿੰਘ ਨਾ ਨਜ਼ਰ ਆਇਆ ਤੇ ਫੌਜ ਮੁੜ ਕੇ ਵਾਪਸ ਚਲੀ ਗਈ ਹੈ। ਵਹੀ ਖਬਰ ਉਸ ਪਿਤ ਮਾਤਾ ਭਈ, ਇਹ ਜਿਹੜੀ ਖਬਰ ਭਾਈ ਸੁੱਖਾ ਸਿੰਘ ਦੇ ਮਾਤਾ ਪਿਤਾ ਨੂੰ ਲੱਗ ਗਈ ਵੀ ਸੁੱਖਾ ਸਿੰਘ ਨੂੰ ਫੜਨ ਵਾਸਤੇ ਤੁਰਕਾਂ ਦੀ ਫੌਜ ਆਈ ਸੀ। ਇਸੀ ਖੌਫ ਤੇ ਸਿੰਘ ਘਰ ਨਾ ਆਵੇ, ਹੁਣ ਇਹ ਖੌਫ ਪੈਦਾ ਹੋ ਗਿਆ। ਮਾਤਾ ਪਿਤਾ ਨੇ ਵੀ ਪੁੱਤਰ ਨੂੰ ਆਖਿਆ ਵੀ ਤੂੰ ਆ ਕਿਹੜਾ ਕੰਮ ਫੜ ਲਿਆ ਵੀ ਸਿੰਘ ਸੱਜ ਗਿਆ ਹੈ ਤੇ ਤੁਰਕ ਜਿਹੜੇ ਨੇ ਤੈਨੂੰ ਲੱਭਦੇ ਫਿਰਦੇ ਨੇ। ਤੇ ਭਾਈ ਸੁੱਖਾ ਸਿੰਘ ਜੀ ਉਸ ਦਿਨ ਤੋਂ ਬਾਅਦ ਘਰ ਨਹੀਂ ਆਏ, ਉਹ ਘਰੋਂ ਬਾਹਰ ਹੀ ਰਹਿੰਦੇ ਹਨ। ਮਾਤ ਪਿਤਾ ਉਸ ਵੱਡ ਲੈ ਹਾਵੇ, ਹੁਣ ਮਾਤਾ ਪਿਤਾ ਵੱਡੇ ਵੱਡੇ ਹੌਕੇ ਲੈਂਦੇ ਹਨ। ਦੋਹਰਾ ਮਾਤ ਪਿਤਾ ਉਸ ਏਮਤ ਹੈ, ਹਮ ਸਿੰਘਨ ਸਿਉ ਕਿਆ ਕਾਮ। ਮਾਤਾ ਪਿਤਾ ਕਹਿਣ ਲੱਗੇ ਸੁੱਖਾ ਸਿੰਘ ਸਾਡਾ ਸਿੰਘਾਂ ਦੇ ਨਾਲ ਕੀ ਕੰਮ ਹੈ, ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਵੀ ਸਾਡੀ ਕੁੱਲ ਦੇ ਵਿੱਚ ਵੀ ਕਿਹੜਾ ਕੋਈ ਪਹਿਲਾਂ ਸਿੰਘ ਹੋਇਆ ਹੈ, ਜਾਂ ਤਾਂ ਪਹਿਲਾਂ ਸਾਡੀ ਕੁੱਲ ਵਿੱਚ ਸਿੰਘ ਹੁੰਦੇ ਤੇ ਤੂੰ ਵੀ ਅੰਮ੍ਰਿਤ ਛਕ ਲੈਂਦਾ ਤੇ ਫਿਰ ਸਾਨੂੰ ਇਤਰਾਜ਼ ਕੋਈ ਨਾ ਹੁੰਦਾ। ਸਾਡੀ ਜਿਹੜੀ ਕੁੱਲ ਉਹ ਸਿੰਘਾਂ ਦੀ ਕੁੱਲ ਨਹੀਂ ਹੈ, ਇਸ ਕਰਕੇ ਆ ਤੂੰ ਜਿਹੜਾ ਨਵਾਂ ਕੰਮ ਫੜਿਆ ਇਹਨੂੰ ਛੱਡ ਦੇ। ਹਮ ਹੈ ਜਾਤ ਕਮੀਨਨੀ ਪਾਤਸ਼ਾਹੀ ਸੋ ਕਿਆ ਕਾਮ। ਤੂੰ ਪਾਤਸ਼ਾਹੀ ਦੀ ਗੱਲ ਕਰਦਾ ਵੀ ਮੈਂ ਗੁਰੂ ਕਾ ਖਾਲਸਾ ਹਾਂ, ਅੰਮ੍ਰਿਤ ਪਾਨ ਕੀਤਾ ਹੈ ਤੇ ਮੇਰਾ ਪਾਤਸ਼ਾਹੀ ਦਾ ਦਾਵਾ ਹੈ। ਹਮ ਰਾਖਤ ਪਾਤਸ਼ਾਹੀ ਦਾਵਾ, ਤੇ ਸਾਡਾ ਪਾਤਸ਼ਾਹੀ ਦਾਵਾ ਤਾਂ ਹੋ ਨਹੀਂ ਸਕਦਾ। ਸਾਡੀ ਜਿਹੜੀ ਜਾਤ ਕਮੀਨੀ ਹੈ, ਤਰਖਾਣ ਸਨ ਕਹਿ ਲੋ ਵੀ ਜੁਲਾਏ ਸਨ, ਮਾਫ ਕਰਨਾ ਤਰਖਾਣ ਸਨ ਲੱਕੜ ਦਾ ਕੰਮ ਸੀ, ਜੁਲਾਇਆਂ ਦਾ ਕੰਮ ਜਿਹੜਾ ਕੱਪੜੇ ਦਾ ਹੁੰਦਾ ਹੈ। ਤਰਖਾਣ ਸਨ ਤੇ ਕੰਮ ਜਿਹੜਾ ਲੱਕੜ ਦਾ ਸੀ, ਤੇ ਸਾਨੂੰ ਲੋਕ ਜਿਹੜੇ ਹਨ ਉਹ ਕਮੀਨੀ ਜਾਤ ਵਾਲੇ ਕਹਿੰਦੇ ਨੇ। ਤੇ ਸਾਡਾ ਫਿਰ ਇਸੇ ਪ੍ਰਕਾਰ ਪਾਤਸ਼ਾਹੀ ਦੇ ਨਾਲ ਕੀ ਕੰਮ, ਅਸੀਂ ਪਾਤਸ਼ਾਹੀ ਤੋਂ ਕੀ ਲੈਣਾ ਹੈ। ਜੋ ਪਈ ਸਿੰਘ ਹੋਏ ਲੈ ਚਾਹੇ ਪਾਤਸ਼ਾਹੀ, ਤੂੰ ਸਿੰਘ ਬਣ ਕੇ ਪਾਤਸ਼ਾਹੀ ਲੈਣਾ ਚਾਹੁੰਦਾ ਹੈ। ਹਮ ਕਮੀਨਨ ਘਰ ਸੋ ਕਦ ਆਈ, ਅਸੀਂ ਛੋਟੀ ਜਾਤ ਵਾਲੇ ਲੋਕ, ਸਾਨੂੰ ਲੋਕ ਕਹਿੰਦੇ ਨੇ ਵੀ ਸਾਡੀ ਜਾਤ ਨੀਵੀਂ ਹੈ ਤੇ ਸਾਡੇ ਘਰ ਦੇ ਵਿੱਚ ਪਾਤਸ਼ਾਹੀ ਕਿਵੇਂ ਆ ਸਕਦੀ ਹੈ। ਪਾਤਸ਼ਾਹੀ ਦਾਓ ਜੱਟ ਕਮਾਹੇ, ਇਹ ਪਾਤਸ਼ਾਹੀ ਦਾਵਾ ਜਿਹੜਾ ਹੈ ਨਾ, ਇਹ ਤਾਂ ਉਹ ਸਿੰਘ ਉੱਚੀ ਜਾਤ ਵਾਲੇ ਜਿਹੜੇ ਨਾ ਉਹੀ ਕਰ ਸਕਦੇ ਹਨ। ਆਪੇ ਬੀਜੈ ਆਪੇ ਖਾਹੇ, ਅਸੀਂ ਤਾਂ ਜਿਹੜੇ ਲੋਕ ਆ ਮਜ਼ਦੂਰੀ ਕਰਨ ਵਾਲੇ, ਦਿਹਾੜੀ ਕਰ ਲਈ, ਮਜ਼ਦੂਰੀ ਕਰ ਲਈ, ਤੇ ਉਹ ਜਿਹੜੇ ਉੱਚੀ ਜਾਤ ਵਾਲੇ ਲੋਕ ਨੇ ਉਹ ਆਪਣਾ ਬੀਜਦੇ ਨੇ, ਆਪਣਾ ਖਾਂਦੇ ਨੇ, ਉਹਨਾਂ ਦਾ ਆਪਣਾ ਕੰਮ ਹੈ, ਉਹ ਕਿਸੇ ਕੋਲੋਂ ਨੌਕਰੀ ਚਾਕਰੀ ਨਹੀਂ ਕਰਦੇ।
ਤੇ ਅਸੀਂ ਨੌਕਰੀ ਚਾਕਰੀ ਕਰਨ ਵਾਲੇ, ਮਜ਼ਦੂਰੀ ਦਿਹਾੜੀ ਦੱਪਾ ਕਰਕੇ ਸਮਾਂ ਲੰਘਾਉਣ ਵਾਲੇ ਲੋਕ ਹਾਂ। ਹਮ ਤੋ ਆਹੇ ਕਮੀਨੀ ਜਾਤ, ਇਸ ਕਰਕੇ ਸਾਡੀ ਜਿਹੜੀ ਜਾਤ ਉਹ ਨੀਵੀਂ ਜਾਤ ਹੈ। ਹਮ ਮਿਲੈ ਮਜੂਰੀ ਆਛੀ ਬਾਤ, ਅਸੀਂ ਤਾਂ ਮਜ਼ਦੂਰੀ ਕਰਕੇ ਸਮਾਂ ਬਤੀਤ ਕਰਦੇ ਆ, ਸਾਰਾ ਦਿਨ ਦਿਹਾੜੀ ਕਰਕੇ ਜਦੋਂ ਸ਼ਾਮ ਨੂੰ ਮਜ਼ਦੂਰੀ ਮਿਲਦੀ ਆ ਤੇ ਇਹੀ ਸਾਡੇ ਲਈ ਚੰਗੀ ਗੱਲ ਹੈ। ਇਹ ਪਾਤਸ਼ਾਹੀ ਵਾਲੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਸਾਡੀ ਪਹੁੰਚ ਤੋਂ ਪਰੇ ਹਨ। ਯਹ ਚਿਤ ਧਰ ਸਿੰਘ ਰਾਤ ਘਰ ਲਿਆਏ, ਹੁਣ ਮਾਤਾ ਪਿਤਾ ਨੇ ਅਜਿਹੀਆਂ ਗੱਲਾਂ ਕਹਿ ਕੇ ਨਾ ਸੁੱਖਾ ਸਿੰਘ ਮਨਾ ਲਿਆ। ਪਹਿਲਾਂ ਤਾਂ ਉਹ ਘਰ ਨਹੀਂ ਸੀ ਆਉਂਦਾ, ਪਰ ਰਾਤ ਉਹ ਸਮਝਾਉਂਦੇ ਰਹੇ, ਪ੍ਰੇਮ ਦੇ ਨਾਲ ਕਹਿੰਦੇ ਰਹੇ ਵੀ ਚੱਲ ਸਾਡੇ ਘਰ ਚੱਲ, ਵੀ ਸਾਡੀ ਜਾਤ ਛੋਟੀ ਹੈ, ਸਾਡਾ ਪਾਤਸ਼ਾਹੀ ਨਾਲ ਕੀ ਦਾਵਾ। ਪਰ ਇੱਕ ਗੱਲ ਹਮੇਸ਼ਾ ਗੁਰੂ ਖਾਲਸੇ ਨੂੰ ਯਾਦ ਰੱਖਣੀ ਚਾਹੀਦੀ ਹੈ, ਮਹਾਰਾਜ ਕਲਗੀਧਰ ਜੀ ਨੇ ਖੰਡੇ ਬਾਟੇ ਦੀ ਪੌਲ ਛਕਾ ਕੇ ਜਾਤ ਪਾਤ ਸਿੱਖਾਂ ਵਿੱਚੋਂ ਖਤਮ ਕਰ ਦਿੱਤੀ ਆ। ਨਾ ਕੋਈ ਉੱਚੀ ਜਾਤ ਦਾ, ਨਾ ਕੋਈ ਨੀਵੀਂ ਜਾਤ ਦਾ। ਅੰਮ੍ਰਿਤ ਪਾਨ ਕਰਾਇਆ, ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ। ਸਾਨੂੰ ਸੁਨਹਿਰੀਏ ਭਰਾ ਬਣਾ ਦਿੱਤਾ, ਇੱਕੋ ਸੁਨਹਿਰੇ ਵਿੱਚ ਛਕਣ ਵਾਲੇ, ਇੱਕੋ ਥਾਲ ਵਿੱਚ ਛਕਣ ਵਾਲੇ। ਅੰਮ੍ਰਿਤ ਪਾਨ ਕਰਾਇਆ ਸੀ, ਇੱਕੋ ਬਾਟੇ ਵਿੱਚੋਂ ਕਰਾਇਆ ਸੀ। ਤੇ ਪਹਿਲਾਂ ਚੋਲੇ ਛਕਾਉਣ ਤੋਂ ਬਾਅਦ ਫਿਰ ਇੱਕ ਬਾਟੇ ਵਿੱਚ ਸਾਰੀ ਸੰਗਤ ਨੂੰ ਅੰਮ੍ਰਿਤ ਛਕਾਇਆ ਜਾਂਦਾ, ਦੁਬਾਰਾ ਘੁੱਟਾਂ ਦਿੱਤੀਆਂ ਜਾਂਦੀਆਂ ਨੇ। ਉਹ ਭੇਦਭਾਵ ਜਿਹੜਾ ਉਹ ਖਤਮ ਕਰ ਦਿੱਤਾ ਮਹਾਰਾਜ ਨੇ। ਇਸ ਕਰਕੇ ਜਿਹਨੇ ਅੰਮ੍ਰਿਤ ਪਾਨ ਕਰ ਲਿਆ, ਨਾ ਕੋਈ ਉੱਚਾ ਨਾ ਕੋਈ ਨੀਵਾਂ, ਸਾਰੇ ਇੱਕੋ ਹੀ ਨੇ। ਖਾਲਸੇ ਪੰਥ ਵਿੱਚ ਜਾਤ ਪਾਤ ਨਹੀਂ ਮੰਨੀ ਜਾਂਦੀ, ਸਭ ਮਹਾਰਾਜ ਕਲਗੀਧਰ ਜੀ ਦੇ ਪੁੱਤਰ ਨੇ। ਇਸ ਕਰਕੇ ਜਿਹੜੇ ਭਾਈ ਸੁੱਖਾ ਸਿੰਘ ਦੇ ਮਾਤਾ ਪਿਤਾ ਨੇ, ਸਮਾਜਿਕ ਰਿਸ਼ਤਿਆਂ ਵਿੱਚ ਰਹਿਣ ਕਰਕੇ ਉਹ ਬਾਰ-ਬਾਰ ਪੁੱਤਰ ਨੂੰ ਇਹੀ ਕਹਿੰਦੇ ਰਹੇ ਵੀ ਅਸੀਂ ਛੋਟੀ ਜਾਤ ਦੇ ਹਾਂ, ਤੇ ਪੁੱਤਰ ਨੂੰ ਮਨਾ ਕੇ ਤੇ ਰਾਤ ਵੇਲੇ ਆਪਣੇ ਘਰ ਵਿੱਚ ਵਾਪਸ ਲੈ ਆਏ ਹਨ। ਉਸ ਸੋ ਚਾਹਤ ਦਗਾ ਕਮਾਏ, ਮਾਤਾ ਪਿਤਾ ਸੁੱਖਾ ਸਿੰਘ ਦੇ ਨਾਲ ਨਾ ਦਗਾ ਕਮਾਉਣਾ ਚਾਹੁੰਦੇ ਸਨ। ਭੰਗ ਸ਼ਰਾਬ ਮਿਲਾਈ ਪਿਲਾਈ, ਉਹਨਾਂ ਨੇ ਕਿਸੇ ਤਰੀਕੇ ਨਾਲ ਨਾ ਭੰਗ ਤੇ ਸ਼ਰਾਬ ਜਿਹੜੀ ਉਹ ਦੋਨਾਂ ਨੂੰ ਆਪਸ ਵਿੱਚ ਮਿਲਾ ਲਿਆ ਉਸ ਕੋ ਗੂਯੋ ਲਿਓ ਕਰਾਈ, ਤੇ ਸੁੱਖਾ ਸਿੰਘ ਨੂੰ ਪਿਆ ਦਿੱਤੀ। ਉਹਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਉਹ ਸ਼ਰਾਬ ਹੈ, ਭੰਗ ਹੈ। ਪਤਾ ਹੁੰਦਾ ਤੇ ਸਿੰਘ ਤਾਂ ਸ਼ਰਾਬ ਇਹੋ ਜੀ ਨੀਚ ਲਾਂਤ ਦੇ ਕਦੇ ਨੇੜੇ ਨਹੀਂ ਜਾਂਦਾ। ਅੱਜ ਕੱਲ੍ਹ ਤਾਂ ਸਿੱਖ, ਮੈਂ ਸਿੱਖ ਤਾਂ ਨਹੀਂ ਕਹਿੰਦਾ, ਪੰਜਾਬੀ ਜ਼ਰੂਰ ਆਖਾਂਗਾ, ਵੀ ਬੜੇ ਦਾਅਵੇ ਨਾਲ ਕਹਿੰਦੇ ਨੇ ਵੀ ਅਸੀਂ ਪੀਂਦੇ ਹਾਂ ਜੀ, ਅਸੀਂ ਪੈਗ ਲਾਉਂਦੇ ਹਾਂ, ਫਲਾਣਾ ਕਰਦੇ ਹਾਂ, ਢਿਮਕਣਾ ਕਰਦੇ ਹਾਂ। ਖਾਲਸਾ ਜੀ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫਰਮਾਨ ਹੈ, ਜਿਹੜਾ ਵੀ ਮਨੁੱਖ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ। ਸੁਰਾਪਾਨ ਕਹਿੰਦੇ ਸ਼ਰਾਬ ਪੀਣ ਨੂੰ। ਜਿਹੜਾ ਸ਼ਰਾਬ ਵੀ ਪੀਂਦਾ ਉਹ ਬਖਸ਼ਿਆ ਨਹੀਂ ਜਾਂਦਾ। ਲੋਕ ਕਹਿੰਦੇ ਜੀ ਕਿੱਥੇ ਲਿਖਿਆ, ਲਿਖਿਆ ਵਿਖਾਓ। ਆਓ ਤੁਹਾਨੂੰ ਜ਼ਰੂਰ ਲਿਖਿਆ ਵਿਖਾਵਾਂਗੇ ਵੀ ਕਿੱਥੇ ਲਿਖਿਆ ਹੋਇਆ, ਕਿੱਥੇ ਮਹਾਰਾਜ ਨੇ ਟੋਕਿਆ ਵੀ ਸ਼ਰਾਬ ਨਹੀਂ ਪੀਣੀ। ਆਹ 2-4 ਦਿਨ ਪਹਿਲਾਂ ਦੀ ਗੱਲ ਹੈ ਵੀ ਇੱਕ ਬੈਠਾ ਕਿਰਪਾਨ ਗਲ ਵਿੱਚ ਪਾਈ ਤੇ ਸ਼ਰਾਬ ਪੀਏ ਪਿਆ। ਇੱਕ ਉੱਥੇ ਚਲਾ ਗਿਆ, ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਸ਼ਰਾਬ ਪੀਣਾ ਪਿਆ? ਤੇ ਕਹਿੰਦਾ ਫਿਰ ਕੀ ਹੋ ਗਿਆ, ਸ਼ਰਾਬ ਹੀ ਪੀਣਾ ਪਿਆ, ਬੀਅਰ ਹੀ ਪੀਣਾ ਪਿਆ। ਇਹੋ ਜਿਹੇ ਲਾਂਤੀ ਵੀ ਸਾਡੇ 'ਚ ਪੈਦਾ ਹੋ ਗਏ। ਤੁਰਕ ਜਿਹੜੇ ਮਾਰੇ ਸਨ ਨਾ ਮਹਾਰਾਜ ਨੇ, ਉਹ ਪੈਦਾ ਹੋਏ ਨੇ ਸਾਡੇ ਵਿੱਚ। ਇਹੀ ਕਹਿੰਦੇ ਨੇ ਮਹਾਂਪੁਰਸ਼। ਤੇ ਜਦੋਂ ਅੰਮ੍ਰਿਤਪਾਨ ਤੁਸੀਂ ਕਰ ਹੀ ਲਿਆ ਤੇ ਹਾਲੇ ਵੀ ਸ਼ਰਾਬ ਦੇ ਗਿੱਟਿਆਂ ਨਾਲ ਬੰਨੇ ਹੋਏ ਹੋ ਤੁਸੀਂ। ਇਹੋ ਜਿਹੀ ਬਿਰਤੀ ਬਣ ਗਈ ਲੋਕਾਂ ਦੀ। ਇਹ ਨੀਚ ਬਿਰਤੀ ਦੇ ਲੋਕ ਨੇ। ਇਸ ਕਰਕੇ ਭਾਈ ਸੁੱਖਾ ਸਿੰਘ ਨੂੰ ਭੰਗ ਤੇ ਸ਼ਰਾਬ ਮਾਂ ਪਿਓ ਨੇ ਮਿਲਾ ਕੇ ਪਿਆ ਦਿੱਤੀ, ਪਤਾ ਨਹੀਂ ਲੱਗਣ ਦਿੱਤਾ, ਤੇ ਹੌਲੀ ਹੌਲੀ ਉਹ ਨਸ਼ੇ ਦੇ ਨਾਲ ਗੁੜਚ ਹੋ ਗਿਆ ਹੈ। ਸੁਧ ਬੁੱਧ ਸਭ ਉਸ ਭੁੱਲ ਗਈ, ਜਦੋਂ ਨਸ਼ੇ ਦੇ ਨਾਲ, ਅਮਲ ਦੇ ਨਾਲ ਗੁੜਚ ਹੋ ਗਿਆ ਤੇ ਭਾਈ ਸੁੱਖਾ ਸਿੰਘ ਨੂੰ ਸੁੱਧ ਬੁੱਧ ਭੁੱਲ ਗਈ, ਉਹਨੂੰ ਪਤਾ ਨਹੀਂ ਲੱਗਿਆ ਤੇ ਸੌਂ ਗਿਆ ਹੈ। ਸੀਸ ਮੁੰਡਾਇਓ ਸਭ ਕੇ ਨਈ, ਨਾਈ ਸੱਦ ਲਿਆ ਮਾਂ ਪਿਓ ਨੇ ਤੇ ਭਾਈ ਸੁੱਖਾ ਸਿੰਘ ਦੇ ਕੇਸ ਕਤਲ ਕਰਾ ਦਿੱਤੇ ਹਨ। ਗਇਓ ਅਮਨੁਸ ਹੋਤੀ ਪ੍ਰਾਤ, ਉਹਨਾਂ ਨੇ ਸੋਚਿਆ ਵੀ ਚਲੋ ਕੇਸ ਕਤਲ ਕਰਾ ਦਿੱਤੇ, ਖਹਿੜਾ ਛੁੱਟ ਗਿਆ, ਹੁਣ ਇਹ ਸਿੱਖ ਨਹੀਂ ਰਿਹਾ, ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਵੀ ਇਹ ਸਿੱਖ ਹੈ। ਤੇ ਜਦੋਂ ਸਵੇਰ ਦਾ ਸਮਾਂ ਹੋਇਆ ਤੇ ਜਿਹੜਾ ਨਸ਼ਾ ਚੜਿਆ ਸੀ ਉਹ ਨਸ਼ਾ ਉਤਰ ਗਿਆ ਭਾਈ ਸੁੱਖਾ ਸਿੰਘ ਦਾ, ਤੇ ਸਵੇਰ ਹੋਈ ਹੈ। ਫੇਰਿਓ ਉਨ ਨੇ ਜ ਸਿਰ ਪਰ ਹਾਥ, ਤੇ ਸੁਭਾਵਕ ਹੈ ਜਦੋਂ ਭਾਈ ਸੁੱਖਾ ਸਿੰਘ ਉੱਠੇ ਨਾ ਤੇ ਉਹਨਾਂ ਨੇ ਸਿਰ ਦੇ ਉੱਤੇ ਹੱਥ ਫੇਰਿਆ ਜਦੋਂ, ਤੇ ਇੱਕ ਵੀ ਕੇਸ ਨਹੀਂ ਸੀ ਉਹਨਾਂ ਦੇ ਸੀਸ ਉੱਪਰ। ਮਾਤਾ ਪਿਤਾ ਕੋ ਜਾਣਿਓ ਪਾਪ, ਮਨ ਵਿੱਚ ਸਾਰੀ ਗੱਲ ਸਮਝ ਗਏ
ਕੇਸ ਜਿਹੜੇ ਨੇ ਮਹਾਰਾਜ ਦੀ ਮੋਹਰ ਨੇ ਕਲਗੀਧਰ ਜੀ ਦੀ, ਕੇਸ ਗੁਰੂ ਕੀ ਮੋਹਰ ਹੈ। ਇਹਨਾਂ ਨੂੰ ਝੂਠੇ ਹੱਥ ਲਾਉਣੇ, ਕੇਸਾਂ ਦੀ ਬੇਅਦਬੀ ਕਰਨੀ, ਕੇਸਾਂ ਦਾ ਕਤਲ ਕਰਨਾ ਕਿਸੇ ਵੀ ਤਰੀਕੇ ਨਾਲ ਇਹ ਵਰਜਿਤ ਹੈ। ਜਦੋਂ ਆਪਾਂ ਰਹਿਤਨਾਮੇ ਪੜ੍ਹਦੇ ਹਾਂ, ਰਹਿਤਨਾਮੇ ਵਿੱਚ ਇੱਥੋਂ ਤਾਈਂ ਵੀ ਲਿਖਿਆ ਗਿਆ ਵੀ ਜਿਹੜਾ ਲੱਕ ਵਾਲਾ ਤੁਹਾਡਾ ਤੋਲੀਆ ਕੱਪੜਾ ਹੈ ਨਾ, ਉਹ ਵੀ ਮੋਢੇ ਨਹੀਂ ਰੱਖਣਾ ਸਿੰਘ ਨੇ, ਕਛਹਿਰਾ ਤੇ ਤੋਲੀਆ ਮੋਢੇ ਨਹੀਂ ਰੱਖਣਾ। ਕਾਰਨ ਕੀ ਹੈ? ਉਹ ਲੱਕ ਵਾਲਾ ਕੱਪੜਾ ਤੁਹਾਡੇ ਦਾੜੇ ਨੂੰ ਲੱਗਦਾ ਹੈ, ਦਾੜਾ ਕੇਸਾਂ ਦੇ ਵਿੱਚ ਆਉਂਦੇ, ਇਹ ਕੇਸ ਗਿਣੇ ਗਏ ਨੇ। ਇੱਕ ਮੂਰਖ ਥੋੜ੍ਹੇ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਬੈਠਾ ਆਖਦਾ ਵੀ ਸਾਡੇ ਸਰੀਰ ਉੱਪਰ ਕਿੰਨੇ ਰੋਮ ਨੇ, ਆ ਕਿੰਨੇ ਕੇਸ ਨੇ, ਵੀ ਤੁਸੀਂ ਕਹਿੰਦੇ ਦਾੜੇ ਨੂੰ ਝੂਠੇ ਹੱਥ ਨਹੀਂ ਲਾਉਣੇ, ਕੇਸਾਂ ਨੂੰ ਝੂਠੇ ਹੱਥ ਨਹੀਂ ਲਾਉਣੇ, ਦਸਤਾਰ ਨੂੰ ਝੂਠੇ ਹੱਥ ਨਹੀਂ ਲਾਉਣੇ। ਵੀ ਆਹ ਜਿਹੜੇ ਕੇਸ ਹੱਥਾਂ 'ਤੇ ਨੇ ਸਾਰਾ ਦਿਨ ਝੂਠੇ ਹੱਥ ਲੱਗਦੇ ਨੇ। ਤੁਸੀਂ ਜਦੋਂ ਰਹਿਤ ਮਰਿਆਦਾ ਪੜ੍ਹੋਗੇ, ਦੋ ਸ਼ਬਦ ਆਉਂਦੇ ਕੇਸ ਤੇ ਰੋਮ, ਦੋ ਸ਼ਬਦ ਆਉਂਦੇ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਤੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਤੇ ਇਹੀ ਬਚਨ ਆਉਂਦਾ ਵੀ ਕੇਸਾਂ ਦਾ ਸਤਿਕਾਰ ਕਰਨਾ, ਝੂਠੇ ਹੱਥ ਨਹੀਂ ਲਾਉਣੇ, ਪਰ ਰੋਮਾਂ ਦਾ ਜ਼ਿਕਰ ਨਹੀਂ ਆਉਂਦਾ। ਰੋਮ ਕਿਹੜੇ ਹੁੰਦੇ ਨੇ? ਆ ਗਰਦਨ ਤੋਂ ਹੇਠਾਂ ਸਾਡੇ ਸਰੀਰ ਉੱਪਰ ਜਿੰਨੇ ਵੀ ਛੋਟੇ ਛੋਟੇ ਕੇਸ ਨੇ, ਇਹਨੂੰ ਰੋਮ ਕਹਿੰਦੇ ਨੇ। ਗਰਦਨ ਤੋਂ ਉੱਪਰ ਇਹ ਕੇਸ ਨੇ, ਦਾੜੇ ਦੇ ਕੇਸ, ਸੀਸ ਦੇ ਕੇਸ ਹੋ ਗਏ, ਚਾਹੇ ਤੁਹਾਡੇ ਪਰ ਪੱਟੇ ਨੇ, ਆਹ ਗਰਦਨ ਤੋਂ ਹੇਠਾਂ ਇਹਨਾਂ ਨੂੰ ਰੋਮ ਮੰਨਿਆ ਗਿਆ। ਇਸ ਕਰਕੇ ਰੋਮਾਂ ਦੀ ਬੇਅਦਬੀ ਵਰਜਤ ਹੈ, ਵੀ ਰੋਮ ਦੀ ਬੇਅਦਬੀ ਸਿੱਖ ਨੇ ਨਹੀਂ ਕਰਨੀ, ਪਰ ਕੇਸਾਂ ਨੂੰ ਝੂਠਾ ਹੱਥ ਨਹੀਂ ਲਾਉਣਾ। ਜਿਹੜੇ ਲੋਕ ਇਹ ਕਿੰਤੂ ਪਰੰਤੂ ਕਰਦੇ ਨੇ ਨਾ, ਵੀ ਆ ਸਾਡੇ ਸਰੀਰ ਉੱਪਰ ਹੋਰ ਵੀ ਕੇਸ ਨੇ, ਇਹਨਾਂ ਨੂੰ ਰੋਮ ਕਹਿੰਦੇ, ਕੇਸ ਨਹੀਂ ਕਹਿੰਦੇ। ਇਹ ਰੋਮ ਨੇ ਛੋਟੇ ਛੋਟੇ। ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਵੀ ਕੇਸ ਪਰ ਇਹ ਰੋਮਾਂ 'ਚ ਆ ਜਾਂਦੇ ਨੇ। ਤੇ ਜਿਹੜੇ ਖਾਸ ਕਰਕੇ ਦਸਤਾਰ ਵਾਲੇ, ਸੀਸ ਵਾਲੇ ਕੇਸ ਨੇ, ਇਹਨਾਂ ਦਾ ਜ਼ਿਕਰ ਕੀਤਾ ਗਿਆ। ਖੈਰ, ਭਾਈ ਸੁੱਖਾ ਸਿੰਘ ਦੇ ਕੇਸ ਉਤਾਰ ਦਿੱਤੇ ਗਏ। ਉਹਨਾਂ ਨੇ ਮਨ ਵਿੱਚ ਜਾਣ ਲਿਆ ਵੀ ਮੇਰੇ ਮਾਤਾ ਪਿਤਾ ਨੇ ਬਹੁਤ ਵੱਡਾ ਪਾਪ ਕੀਤਾ, ਅਪਰਾਧ ਕੀਤਾ ਹੈ। ਮਨ ਦੇ ਵਿੱਚ ਧਾਰਨ ਕਰ ਲਿਆ ਵੀ ਮੈਂ ਇਹਨਾਂ ਦਾ ਖਾਤਮਾ ਕਰ ਦਿਆਂਗਾ, ਮੈਂ ਮਾਰ ਮੁਕਾਵਾਂਗਾ ਇਹਨਾਂ ਨੂੰ ਜਿਨ੍ਹਾਂ ਨੇ ਮੇਰੇ ਕੇਸਾਂ ਦੀ ਬੇਅਦਬੀ ਕਰ ਦਿੱਤੀ ਹੈ। ਫਿਰ ਸਿੰਘ ਨੇ ਮਨ ਵਿੱਚ ਵਿਚਾਰ ਕੀਤੀ ਵੀ ਜੇ ਇਹਨਾਂ ਨੂੰ ਮਾਰ ਦਿਆਂਗਾ ਤੇ ਵੱਡਾ ਪਾਪ ਲੱਗੇਗਾ। ਮਾਤਾ ਪਿਤਾ ਜਨਮਦਾਤੇ ਨੇ, ਇਹਨਾਂ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ। ਤੇ ਕਿਉਂ ਨਾ ਫਿਰ ਮੈਂ ਆਪਣਾ ਆਪ ਹੀ ਖਤਮ ਕਰ ਲਵਾਂ। ਇਹਨਾਂ ਨੇ ਮੈਨੂੰ ਪਤਾ ਤਾਂ ਕਰ ਦਿੱਤਾ ਹੈ, ਮੇਰੀ ਸਿੱਖੀ ਮੇਰੇ ਤੋਂ ਖੋਹ ਲਈ ਹੈ, ਆਤਮ ਹੱਤਿਆ ਕਰ ਲਵਾਂ। ਚਿੱਤ ਦੇ ਵਿੱਚ ਧਾਰਨ ਕਰ ਲਿਆ ਵੀ ਮੈਂ ਮਰ ਜਾਣਾ ਹੈ। ਇੰਨੀ ਗੱਲ ਵਿਚਾਰ ਕੇ ਤੇ ਪਿੰਡ ਦੇ ਬਾਹਰਲੇ ਪਾਸੇ ਖੂਹ ਸੀਗਾ, ਤੇ ਖੂਹ ਦੇ ਵਿੱਚ ਜਾ ਕੇ ਭਾਈ ਸੁੱਖਾ ਸਿੰਘ ਨੇ ਛਾਲ ਮਾਰ ਦਿੱਤੀ ਹੈ। ਜਦੋਂ ਖੂਹ ਵਿੱਚ ਛਾਲ ਮਾਰੀ ਤੇ ਲੋਕ ਭੱਜੇ ਆਏ, ਕਿਉਂਕਿ ਸੁਭਾਵਕ ਸੀਗਾ ਨਾ ਵੀ ਲੋਕਾਂ ਦਾ ਇਕੱਠ ਉਹਨਾਂ ਸਮਿਆਂ ਵਿੱਚ ਖੂਹਾਂ ਤੇ ਹੁੰਦਾ ਸੀ, ਪਾਣੀ ਉੱਥੋਂ ਹੀ ਲੈਂਦੇ ਸਨ ਸਾਰੇ। ਤੇ ਲੋਕਾਂ ਨੇ ਲੱਜ ਫੜਾਈ ਭਾਈ ਸੁੱਖਾ ਸਿੰਘ ਨੂੰ ਵੀ ਬਾਹਰ ਨਿਕਲ ਆ। ਭਾਈ ਸੁੱਖਾ ਸਿੰਘ ਲੱਜ ਨਹੀਂ ਫੜਦਾ, ਉਹ ਮਰਨਾ ਚਾਹੁੰਦਾ ਸੀ। ਉਹ ਕਹਿੰਦਾ ਮੈਂ ਨਹੀਂ ਬਾਹਰ ਆਉਣਾ। ਲੋਕਾਂ ਨੇ ਬਥੇਰੀਆਂ ਮਿੰਨਤਾਂ ਕੀਤੀਆਂ ਵੀ ਲੱਜ ਫੜ ਲੈ, ਕਿਉਂ ਡੁੱਬ ਕੇ ਮਰਦਾ ਹੈ, ਪਰ ਭਾਈ ਸੁੱਖਾ ਸਿੰਘ ਲੱਜ ਨਹੀਂ ਫੜਦਾ। ਹੁਣ ਉਲਟ ਪਲਟ ਕੇ ਪਾਣੀ ਦੇ ਵਿੱਚ ਡੁੱਬਣਾ ਚਾਹੁੰਦਾ ਵੀ ਕਿਸੇ ਤਰੀਕੇ ਨਾਲ ਡੁੱਬ ਜਾਵਾ, ਪਰ ਕਰਤਾਰ ਦੀ ਮਰਜ਼ੀ ਸੀ। ਭਾਈ ਸੁੱਖਾ ਸਿੰਘ ਡੁੱਬ ਨਹੀਂ ਸਕੇ। ਉੱਪਰ ਉੱਪਰ ਵਹਿੰਦੇ ਰਹੇ, ਉੱਪਰ ਉੱਪਰ ਤਰਦੇ ਰਹੇ ਪਾਣੀ ਦੇ ਉੱਪਰ, ਪਾਣੀ ਡੋਬ ਨਹੀਂ ਸਕਿਆ। ਫਿਰ ਭਾਈ ਸੁੱਖਾ ਸਿੰਘ ਦਾ ਇੱਕ ਭਰਾ ਸੀਗਾ, ਉਹ ਵੱਡਾ ਸੀ ਤੇ ਉਹਨੇ ਛਾਲ ਮਾਰ ਦਿੱਤੀ ਖੂਹ ਦੇ ਵਿੱਚ। ਉਹਨੇ ਲੱਜ ਫੜ ਲਈ ਤੇ ਨਾਲ ਸੁੱਖਾ ਸਿੰਘ ਨੂੰ ਫੜ ਲਿਆ। ਛੋਟਾ ਹੁੰਦਾ ਸੀ ਨਾ ਸੁੱਖਾ ਸਿੰਘ, ਉਮਰ ਬਹੁਤੀ ਛੋਟੀ ਸੀ ਉਦੋਂ, 12 ਸਾਲ ਦੇ ਵਿੱਚ ਅੰਮ੍ਰਿਤਪਾਨ ਕੀਤਾ ਸੀ। ਥੋੜੇ ਸਮੇਂ ਬਾਅਦ ਇਹ ਘਟਨਾ ਵਾਪਰ ਗਈ। ਇਸੇ ਪ੍ਰਕਾਰ ਭਾਈ ਸੁੱਖਾ ਸਿੰਘ ਜਿਹੜੇ ਸਨ, ਉਹਨਾਂ ਦੇ ਭਰਾ ਨੇ
ਲੱਜ ਫੜ ਲਈ ਇੱਕ ਹੱਥ ਦੇ ਨਾਲ, ਭਾਵ ਰੱਸੀ ਫੜ ਲਈ, ਤੇ ਦੂਜੇ ਹੱਥ ਨਾਲ ਸੁੱਖਾ ਸਿੰਘ ਨੂੰ ਫੜ ਕੇ ਬਾਹਰ ਕੱਢਣ ਦਾ ਯਤਨ ਕੀਤਾ ਹੈ। ਤੋ ਲੋ ਏਕ ਸਿੰਘ ਤਹ ਆਈ, ਇੰਨੇ ਨੂੰ ਇੱਕ ਸਿੰਘ ਉਥੇ ਕੁਦਰਤੀ ਲੰਘਦਾ ਲੰਘਦਾ ਆ ਪਹੁੰਚਿਆ ਹੈ। ਮੈਂ ਆਖ ਕਰ ਇਨ ਸਮਝਾਈ, ਵੇਖਿਆ ਬੜਾ ਇਕੱਠ ਸੀ, ਸੁੱਖਾ ਸਿੰਘ ਨੂੰ ਵੇਖ ਲਿਆ ਤੇ ਸੁੱਖਾ ਸਿੰਘ ਨੂੰ ਵੇਖ ਕੇ ਤੇ ਬਾਰ-ਬਾਰ ਉਹ ਸਿੰਘ ਸਮਝਾਉਣ ਲੱਗਾ ਹੈ। ਮਰਨੋ ਹੈ ਮਰ ਤੁਰਕਨ ਸਿਰ ਚੜ, ਆਖਿਆ ਸਿੰਘਾ ਜੇ ਮਰਨਾ ਹੀ ਹੈ ਤੇ ਇੱਥੇ ਆਤਮ ਹੱਤਿਆ ਕਰਕੇ ਕਿਉਂ ਮਰਦਾ? ਮਰਨਾ ਹੀ ਹੈ ਤੇ ਤੁਰਕਾਂ ਦੇ ਸਿਰ ਤੇ ਚੜ ਕੇ ਮਰਨਾ, ਕੁਝ ਕਰਕੇ ਮਰ। ਐਵੇਂ ਬਿਨਾਂ ਗੱਲ ਤੋਂ ਇੰਨੀ ਆਪਣੀ ਕੀਮਤੀ ਜਾਨ ਜਿਹੜੀ ਉਹ ਵਿਅਰਥ ਗਵਾਉਣ ਲੱਗਾ ਹੈ। ਹੋਰ ਮੌਤ ਕਿਉ ਮੇਰਾ ਬਯਰਥ ਕਰ, ਤੂੰ ਆਪਣੀ ਇਹ ਜਿਹੜੀ ਮੌਤ ਮਰ ਕੇ ਕਿਉਂ ਆਪਣਾ ਜੀਵਨ ਜਿਹੜਾ ਉਹ ਵਿਅਰਥ ਕਰ ਰਿਹਾ ਹੈ? ਮੌਤ ਸਫਲੀ ਕਰ ਲੈ, ਵਿਅਰਥ ਦੀ ਮੌਤ ਨਾ ਮਰ, ਜਾ ਕੇ ਤੁਰਕਾਂ ਦੇ ਸਿਰ ਤੇ ਚੜ ਕੇ ਮਰ ਜਾ। ਜਿਨ ਤੁਰਕਨ ਗੁਰ ਸਾਡੇ ਅਕਾਏ, ਜਿਸ ਤੁਰਕਾਂ ਨੇ ਸਾਡੇ ਸਤਿਗੁਰਾਂ ਨੂੰ ਤੰਗ ਕੀਤਾ ਹੈ, ਪੰਜਵੇਂ ਪਾਤਸ਼ਾਹ ਨੂੰ, ਨੌਵੇਂ ਪਾਤਸ਼ਾਹ ਨੂੰ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਗੁਰੂ ਪੰਥ ਨੂੰ, ਭਾਈ ਮਨੀ ਸਿੰਘ ਨੂੰ, ਇਹੋ ਜਿਹੇ ਸਿੰਘਾਂ ਨੂੰ ਸ਼ਹੀਦ ਕੀਤਾ ਹੈ। ਇੰਦਨ ਕੋਈ ਹੈ ਤੁਰਕ ਬਣਾਏ, ਤੇ ਇੱਥੋਂ ਦੇ ਰਹਿਣ ਵਾਲੇ ਸਿੱਖਾਂ ਨੂੰ ਉਹ ਤੁਰਕ ਬਣਾਉਣਾ ਚਾਹੁੰਦੇ, ਮੁਸਲਮਾਨ ਬਣਾਉਣਾ ਚਾਹੁੰਦੇ ਹਨ। ਮੈਂ ਤੁਰਕਨ ਲੜ ਮਰਨੋ ਭਲੋ, ਇਸ ਕਰਕੇ ਸੁੱਖਾ ਸਿੰਘ ਜੇ ਮਰਨਾ ਹੈ ਤੇ ਇਹਨਾਂ ਤੁਰਕਾਂ ਦੇ ਨਾਲ ਲੜ ਕੇ ਮਰਨਾ ਭਲਾ, ਮਰਨਾ ਚੰਗਾ ਹੈ। ਨਿਕਲ ਕੂਏ ਸੋ ਸਿੰਘਨ ਰਲੋ, ਖੂਹ ਦੇ ਵਿੱਚੋਂ ਬਾਹਰ ਨਿਕਲ ਤੇ ਜਾ ਕੇ ਸਿੰਘਾਂ ਦੇ ਨਾਲ ਰਲ, ਇੱਥੇ ਐਵੇਂ ਅਜਾਈ ਗੀਧੀ ਵਾਲੀ ਮੌਤ ਨਾ ਮਰ। ਮਾਰ ਤੁਰਕਨ ਕੋ ਹੋ ਸ਼ਹੀਦ, ਤੁਰਕਾਂ ਨੂੰ ਮਰ ਕੇ ਸ਼ਹੀਦ ਹੋ ਜਾ ਤੇ ਸ਼ਹੀਦੀ ਦਾ ਮਰਤਬਾ ਜਿਹੜਾ ਤੈਨੂੰ ਪ੍ਰਾਪਤ ਹੋਵੇਗਾ। ਅਮਰੀ ਤੁਮਕੋ ਯਹੀ ਤਕੀਦ, ਇਸ ਕਰਕੇ ਸੁੱਖਾ ਸਿੰਘ ਤੈਨੂੰ ਮੇਰੀ ਇਹੀ ਸਲਾਹ ਹੈ, ਮਰਨਾ ਹੈ ਤੇ ਖੂਹ ਵਿੱਚ ਡੁੱਬ ਕੇ ਨਾ ਮਰ, ਤੁਰਕਾਂ ਨੂੰ ਮਾਰ ਕੇ ਮਰ। ਯੋਧਿਆਂ ਦੇ ਵਿੱਚ, ਸ਼ਹੀਦਾਂ ਦੇ ਵਿੱਚ ਤੇਰਾ ਨਾਮ ਆਏਗਾ। ਦੋਹਰਾ ਤਬ ਸੁੱਖਾ ਸਿੰਘ ਮਨ ਲਈ, ਨਿਕਸਿਓ ਇਮ ਚਿਤ ਧਾਰ, ਭਾਈ ਸੁੱਖਾ ਸਿੰਘ ਨੇ ਸਿੰਘ ਦੇ ਜਦੋਂ ਬਚਨ ਸੁਣੇ ਨਾ ਤੇ ਮਨ ਨੂੰ, ਹਿਰਦੇ ਨੂੰ ਵਿੰਨ ਗਏ ਵੀ ਸਿੰਘ ਨੇ ਸੱਚ ਆਖਿਆ ਹੈ। ਇਹ ਗੱਲ ਆਪਣੇ ਚਿੱਤ ਦੇ ਵਿੱਚ ਧਾਰ ਕੇ ਭਾਈ ਸੁੱਖਾ ਸਿੰਘ ਬਾਹਰ ਆ ਗਏ, ਸਿੰਘ ਦੇ ਬਚਨ ਮੰਨ ਲਏ ਹਨ। ਇਨੇ ਸਿੰਘ ਸਾਚੀ ਕਹੀ, ਅਬ ਮਰੀਏ ਤੁਰਕਨ ਮਾਰ, ਸੁੱਖਾ ਸਿੰਘ ਜੀ ਕਹਿਣ ਲੱਗੇ ਵੀ ਇਹਨਾਂ ਸਿੰਘਾਂ ਨੇ ਸੱਚੀ ਗੱਲ ਮੈਨੂੰ ਆਖੀ ਹੈ, ਮਰਨਾ ਹੈ ਤੇ ਹੁਣ ਤੁਰਕਾਂ ਨੂੰ ਮਾਰ ਕੇ ਮਰਾਂਗੇ। ਚੋਪਈ ਹੋਰ ਚਿਤ ਉਸ ਦ੍ਰਿੜਾ ਆਈ, ਇਸ ਤਰ੍ਹਾਂ ਭਾਈ ਸੁੱਖਾ ਸਿੰਘ ਦੇ ਚਿੱਤ ਵਿੱਚ ਬੜੀ ਦ੍ਰਿੜਤਾ ਆ ਗਈ ਹੈ। ਮਰੈ ਨਹੀਂ ਬਿਨ ਮੁੱਤੈ ਆਈ, ਜਿੰਨੀ ਦੇਰ ਤੱਕ ਮੌਤ ਨਹੀਂ ਨਾ ਆਉਂਦੀ ਓਨੀ ਦੇਰ ਤੱਕ ਸਿੰਘ ਹੁਣ ਮਰਦਾ ਨਹੀਂ ਹੈ। ਖੂਹ ਪੜੇ ਭੀ ਮਰੇ ਹਮ ਨਾਹੀਂ, ਤੇ ਖੂਹ ਦੇ ਵਿੱਚ ਡਿੱਗਣ ਦੇ ਨਾਲ ਨਹੀਂ ਹੁਣ ਮੈਂ ਮਰਾਂਗਾ, ਭਾਵ ਦੁਬਾਰਾ ਖੂਹ ਵਿੱਚ ਛਾਲ ਮਾਰ ਕੇ ਨਹੀਂ ਮਰਾਂਗਾ। ਮਰੈ ਮਰਨ ਕੋ ਬਹੁ ਚਿਤ ਚਾਹੇ, ਹਾਲਾਂਕਿ ਚਿੱਤ ਬੜਾ ਚਾਹੁੰਦਾ ਸੀਗਾ, ਮਾਤਾ ਪਿਤਾ ਨੇ ਕੇਸ ਕਤਲ ਕਰ ਦਿੱਤੇ, ਚਿੱਤ ਬੜਾ ਚਾਹੁੰਦਾ ਸੀ ਵੀ ਖੂਹ ਦੇ ਵਿੱਚ ਡਿੱਗ ਕੇ ਮਰ ਜਾਵਾਂ, ਪਰ ਖੂਹ ਪੜੇ ਵੀ ਮਰੇ ਹਮ ਨਾਹੀਂ, ਖੂਹ ਵਿੱਚ ਡਿੱਗਣ ਤੋਂ ਬਾਅਦ ਵੀ ਸੁੱਖਾ ਸਿੰਘ ਨਹੀਂ ਮਰਿਆ। ਇਸ ਕਰਕੇ ਉਹ ਮਨ ਵਿੱਚ ਸੋਚਦੇ ਵੀ ਜਦੋਂ ਮੈਂ ਖੂਹ ਦੇ ਵਿੱਚ ਡਿੱਗਣ ਕਰਕੇ ਵੀ ਨਹੀਂ ਮਰਿਆ ਤੇ ਇਹਦੇ ਨਾਲੋਂ ਚੰਗਾ ਵੀ ਮੈਂ ਜਾ ਕੇ ਤੁਰਕਾਂ ਦੇ ਸਿਰ ਚੜ੍ਹ ਕੇ ਮਰ ਜਾਵਾਂ, ਤੇ ਮੇਰੇ ਗੁਰੂ ਦੀ ਇਹੀ ਮਰਜ਼ੀ ਹੈ। ਅਬ ਸੁੱਖਾ ਸਿੰਘ ਯੋ ਮਨ ਧਾਰਿਓ, ਇਸ ਤਰ੍ਹਾਂ ਭਾਈ ਸੁੱਖਾ ਸਿੰਘ ਨੇ ਇਹ ਗੱਲ ਮਨ ਵਿੱਚ ਧਾਰਨ ਕਰ ਲਈ। ਮੈਂ ਤੁਰਕਨ ਕੋ ਮਿਟੋ ਲਲਕਾਰਿਓ, ਫਿਰ ਮਨ ਵਿੱਚ ਵਿਚਾਰਾਂ ਕਰਦੇ ਨੇ, ਕਹਿੰਦੇ ਤੁਰਕਾਂ ਨੂੰ ਲਲਕਾਰਾਂਗਾ ਤੇ ਤੁਰਕਾਂ ਨੂੰ ਮਾਰਨ ਤੋਂ ਮਿਟਾਂਗਾ ਨਹੀਂ, ਕਦੇ ਪਿੱਛੇ ਨਹੀਂ ਹਟਾਂਗਾ। ਇੱਕ ਸ਼ਸਤਰ ਜਾਊਗੋ ਲਾਏ, ਜਿੱਥੇ ਵੀ ਜਾਵਾਂਗਾ ਨਾ ਇੱਕ ਸ਼ਸਤਰ ਤੁਰਕਾਂ ਨੂੰ ਜ਼ਰੂਰ ਮਾਰਾਂਗਾ, ਭਾਵ ਇੱਕ ਅੱਧਾ ਤੁਰਕ ਜ਼ਰੂਰ ਝਟਕਾਵਾਂਗਾ। ਤੋ ਫਿਰ ਜਾਉ ਦਾਉ ਬਚਾਏ, ਤੇ ਇਸੇ ਪ੍ਰਕਾਰ ਫਿਰ ਦਾ ਮਾਰ ਕੇ ਨਾ ਤੇ ਬਚ ਕੇ ਵੀ ਨਿਕਲ ਜਾਵਾਂਗਾ। ਤੁਰਕਾਂ ਨੂੰ ਮਾਰਾਂਗਾ ਵੀ ਜ਼ਰੂਰ, ਤੁਰਕਾਂ ਦੇ ਹੱਥੋਂ ਛੇਤੀ ਨਹੀਂ ਮਰਾਂਗਾ, ਤੇ ਦਾ ਮਾਰ ਕੇ ਉੱਥੋਂ ਬਚ ਕੇ ਨਿਕਲ ਜਾਵਾਂਗਾ। ਦੋਹਰਾ ਉਸੈ ਪਿੰਡ ਕੈ ਪੈਂਚ ਪੈ, ਘੋੜੀ ਥੀ ਇੱਕ ਚੰਗ, ਇਸੇ ਪ੍ਰਕਾਰ ਮਾੜੀ ਕੀ ਕੰਬੋ ਪਿੰਡ ਦਾ ਜਿਹੜਾ ਸਰਪੰਚ ਸੀਗਾ ਨਾ, ਉਹਦੇ ਕੋਲ ਇੱਕ ਘੋੜੀ ਸੀ, ਤੇ ਭਾਈ ਸੁੱਖਾ ਸਿੰਘ ਨੇ ਸੋਚਿਆ ਵੀ ਜੇ ਖਾਲਸੇ ਕੋਲ ਜਾਣਾ ਹੈ ਤੇ ਘੋੜੀ ਤਾਂ ਜਾਂ ਘੋੜਾ ਜਾਂ ਘੋੜੀ ਕੋਲ ਹੋਣੀ ਚਾਹੀਦੀ ਹੈ। ਉਹਨਾਂ ਦਿਨਾਂ ਦੇ ਵਿੱਚ ਘੋੜਾ ਖਰੀਦਣਾ ਵੀ ਬੜਾ ਔਖਾ ਸੀਗਾ। ਇਸੇ ਕਰਕੇ ਭਾਈ ਸੁੱਖਾ ਸਿੰਘ ਉਹ ਸਰਪੰਚ ਦੇ ਘਰੇ ਚਲੇ ਗਏ ਹਨ। ਪਾਣੀ ਪਿਲਾਵਨ ਢੇਕ ਸੋ, ਲੈ ਜਾਏ ਰਲਿਓ ਨੇ ਸੰਗ, ਸਰਪੰਚ ਨੂੰ ਕਹਿੰਦੇ ਨੇ ਵੀ ਕਿਰਪਾ ਕਰੋ ਵੀ ਮੈਂ ਤੁਹਾਡੀ ਘੋੜੀ ਨੂੰ ਜੇ ਆਗਿਆ ਹੋਵੇ ਤੇ ਪਾਣੀ ਪਿਆ ਲਿਆਵਾਂ। ਤੇ ਉਹ ਕਹਿੰਦਾ ਚੱਲ ਬੱਚਾ ਕੋਈ ਨਹੀਂ, ਵੀ ਚੱਲ ਤੂੰ ਘੋੜੀ ਲੈ ਜਾ ਵੀ ਇਹਨੂੰ ਪਾਣੀ ਪਿਆ ਲੈ।
ਤੇ ਉੱਥੋਂ ਘੋੜੀ ਖੋਲ ਲਈ ਕਿੱਲੇ ਨਾਲੋਂ ਤੇ ਪਾਣੀ ਪਿਆਣ ਦੇ ਬਹਾਨੇ ਭਾਈ ਸੁੱਖਾ ਸਿੰਘ ਪਿੰਡ ਵਿੱਚੋਂ ਬਾਹਰ ਆ ਗਏ ਚੌਪਈ ਜਾ ਕਰ ਪੰਥ ਖਾਲਸੇ ਰਲਿਓ ਤੇ ਘੋੜੀ ਤੇ ਸਵਾਰ ਹੋ ਕੇ ਤੇ ਅੰਮ੍ਰਿਤਸਰ ਸਾਹਿਬ ਆ ਗਏ। ਇਸੇ ਪ੍ਰਕਾਰ ਖਾਲਸੇ ਪੰਥ ਦੇ ਵਿੱਚ ਆ ਕੇ ਰਲ ਗਏ। ਪੂਛ ਟੇਰੇ ਸ਼ਿਆਮ ਸਿੰਘ ਕੇ ਵੜਿਓ ਬਾਬਾ ਸ਼ਿਆਮ ਸਿੰਘ ਜੀ ਨਾਰੋਕੇ ਵਾਲੇ ਬੁੱਢਾ ਦਲ ਦੇ ਇਹ ਪੁਰਾਤਨ ਸਿੰਘ ਸਨ ਤੇ 12,000 ਘੋੜ ਸਵਾਰ ਇਹਨਾਂ ਦੇ ਨਾਲ ਹੁੰਦੇ ਸਨ। ਤਿਆਰ ਬਰ ਤਿਆਰ ਫੌਜ ਸੀ ਤੇ ਬਾਬਾ ਸ਼ਿਆਮ ਸਿੰਘ ਨੇ ਜਿੱਥੇ ਪੜਾਅ ਕੀਤਾ ਸੀ ਉਹਨਾਂ ਦੇ ਪੜਾਅ ਦੇ ਵਿੱਚ ਆ ਗਏ ਹਨ। ਬਾਹੂ ਸ਼ਿਆਮ ਸਿੰਘ ਦੇ ਲਈ ਜਾ ਕੇ ਸਾਰੀ ਵਿਥਿਆ ਦੱਸੀ ਵੀ ਇਹ ਕੁਝ ਮੇਰੇ ਨਾਲ ਵਾਪਰਿਆ ਤੇ ਭਾਈ ਸ਼ਿਆਮ ਸਿੰਘ ਨੇ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਛਕਾਈ ਹੈ। ਪੁੱਤਰਾਂ ਜਿਮ ਉਸ ਪ੍ਰੀਤ ਉਪਜਈ ਉਹਨਾਂ ਨੇ ਪੁੱਤਰਾਂ ਦੇ ਵਾਂਗੂ ਫਿਰ ਭਾਈ ਸੁੱਖਾ ਸਿੰਘ ਨੂੰ ਪਾਲਿਆ। ਜਿਵੇਂ ਮਨੁੱਖ ਦੇ ਮਨ ਵਿੱਚ ਆਪਣੇ ਪੁੱਤਰ ਦੇ ਪ੍ਰਤੀ ਪ੍ਰੀਤ ਹੁੰਦੀ ਹੈ, ਇਹੋ ਜੀ ਪ੍ਰੀਤ ਭਾਈ ਸ਼ਿਆਮ ਸਿੰਘ ਦੇ ਹਿਰਦੇ ਵਿੱਚ ਪੈਦਾ ਹੋ ਗਈ। ਤੋ ਸੁਖੇ ਸਿੰਘ ਯੋ ਦਿਲ ਆਈ ਇਸ ਤਰ੍ਹਾਂ ਇੱਕ ਦਿਨ ਭਾਈ ਸੁੱਖਾ ਸਿੰਘ ਦੇ ਦਿਲ ਦੇ ਵਿੱਚ ਇਹ ਵਿਚਾਰ ਆਈ ਹੈ। ਘੋੜੀ ਕੋ ਮੂਲ ਦਈਏ ਕਲਾਈ ਮਨ ਵਿੱਚ ਸੋਚਣ ਲੱਗੇ ਵੀ ਮੇਰੇ ਪਿੰਡ ਦਾ ਸਰਪੰਚ ਇਹ ਕਹਿੰਦਾ ਹੋਣਾ ਹੈ ਵੀ ਸੁੱਖਾ ਸਿੰਘ ਘੋੜੀ ਚੋਰੀ ਕਰਕੇ ਲੈ ਗਿਆ, ਧੋਖਾ ਕਰਕੇ ਘੋੜੀ ਲੈ ਗਿਆ, ਵੀ ਇਹ ਤਾਂ ਕਲੰਕ ਹੈ ਨਾ ਸਿੰਘ ਦੇ ਨਾਂ ਤੇ। ਵੀ ਆਪਾਂ ਇਦਾਂ ਕਰਦੇ ਆਂ ਵੀ ਇਹਦਾ ਮੁੱਲ ਭੇਜ ਦਿੰਦੇ ਆ ਤੇ ਆਪਾਂ ਸਰਪੰਚ ਨੂੰ ਕਹਿ ਦਿਆਂਗੇ ਵੀ ਮੇਰੀ ਮਜਬੂਰੀ ਸੀ ਤੇ ਤਾਂ ਘੋੜੀ ਲੈ ਗਿਆ। ਇਸ ਤਰ੍ਹਾਂ ਹੁਣ ਉਹ ਮੁੱਲ ਜਿਹੜਾ ਸੀ ਘੋੜੀ ਦੀ ਕੀਮਤ ਸਰਪੰਚ ਨੂੰ ਦੇਣਾ ਚਾਹੁੰਦੇ ਹਨ। ਜੋ ਸਿੰਘ ਤੁਰਿਓ ਲਾਹੌਰੇ ਰਾਹੇ ਇਹ ਵਿਚਾਰ ਕਰਕੇ ਭਾਈ ਸੁੱਖਾ ਸਿੰਘ ਜੀ ਲਾਹੌਰ ਨੂੰ ਚੱਲ ਪਏ। ਇਹੋ ਭੇਖ ਤਿੰਨ ਜੱਟ ਬਣਾਏ ਜਿਵੇਂ ਜ਼ਿਮੀਂਦਾਰਾਂ ਵਾਲਾ ਭੇਖ ਹੁੰਦਾ ਨਾ, ਉਹ ਭੇਖ ਜਿਹਾ ਬਣਾ ਲਿਆ। ਸਾਦੇ ਜੇ ਕੱਪੜੇ ਪਾ ਲਏ, ਕੇਸ ਵੀ ਛੋਟੇ ਛੋਟੇ ਸਨ ਕਿਉਂਕਿ ਮਾਤਾ ਪਿਤਾ ਨੇ ਕੇਸ ਕਤਲ ਕਰ ਦਿੱਤੇ ਸਨ ਤੇ ਛੋਟੇ ਛੋਟੇ ਕੇਸ ਸਨ, ਉਹ ਵੀ ਖੋਲ ਕੇ ਪਿੱਛੇ ਨੂੰ ਸੱਟ ਲਏ ਤੇ ਮੁੰਡਾਸਾ ਜਿਹਾ ਜਿਹੜਾ ਸੀ ਉਹ ਸੀਸ ਤੇ ਮੜ ਲਿਆ ਹੈ। ਕੇਸ ਸੀਸ ਦਾ ਥੇ ਉਸ ਥੋੜੇ ਭਾਈ ਸੁੱਖਾ ਸਿੰਘ ਦੇ ਸੀਸ ਉੱਪਰ ਥੋੜੇ ਜੇ ਕੇਸ ਸਨ। ਜਾਏ ਵਟਿਓ ਇਹ ਮਤਿ ਲਾਹੌਰੇ ਇਸ ਪ੍ਰਕਾਰ ਦੌੜ ਕੇ ਘੋੜੀ ਤੇ ਬਹਿ ਕੇ ਲਾਹੌਰ ਵਿੱਚ ਜਾ ਵੜਿਆ ਹੈ। ਸੋ ਜਾ ਵੜਿਓ ਸਰਾਫੀ ਬਾਜ਼ਾਰ ਜਿਹੜਾ ਸਰਾਫੀ ਬਾਜ਼ਾਰ ਹੈ ਨਾ, ਸਰਾਫੀ ਬਾਜ਼ਾਰ ਜਿੱਥੇ ਸੋਨੇ ਦਾ ਵਪਾਰ ਹੁੰਦਾ ਹੈ, ਹੀਰੇ ਮੋਤੀ ਕੀਮਤੀ ਉੱਥੇ ਵਿਕਦੇ ਨੇ, ਉਹਨਾਂ ਦਾ ਵਪਾਰ ਹੁੰਦਾ ਹੈ। ਉਹ ਜਿਹੜਾ ਸਰਾਫਾ ਬਾਜ਼ਾਰ ਸੀ ਉਹ ਸਰਾਫੇ ਬਾਜ਼ਾਰ ਦੇ ਵਿੱਚ ਜਾ ਵੜੇ ਹਨ। ਫਿਰ ਤੋਂ ਮੋਹਰਨ ਧਨ ਕੰਦੈ ਭਾਰ ਇਸੇ ਪ੍ਰਕਾਰ ਉੱਥੇ ਬੜੇ ਜੋਹਰੀ ਫਿਰਦੇ ਸਨ। ਮੰਡੀ ਸੀ ਜੋਹਰੀਆਂ ਦੀ ਤੇ ਉਹ ਕਿਸੇ ਨੇ ਮੋਢੇ ਤੇ ਵੱਡੀਆਂ ਵੱਡੀਆਂ ਬੋਰੀਆਂ ਰੱਖੀਆਂ ਹੋਈਆਂ ਸਨ, ਕਿਸੇ ਨੇ ਸਿਰ ਦੇ ਉੱਪਰ ਸਮਾਨ ਰੱਖਿਆ ਹੋਇਆ ਸੀਗਾ, ਵੇਚਣ ਵਾਸਤੇ ਵਪਾਰ ਕਰਨ ਵਾਸਤੇ ਉੱਥੇ ਤੁਰੇ ਫਿਰਦੇ ਸਨ। ਤੇ ਉਸ ਬਾਜ਼ਾਰ ਦੇ ਵਿੱਚ ਭਾਈ ਸੁੱਖਾ ਸਿੰਘ ਜੀ ਪ੍ਰਵੇਸ਼ ਹੋ ਗਏ ਹਨ। ਇੱਕ ਥੈਲੀ ਸਿੰਘ ਦ੍ਰਿਸ਼ਟੇ ਆਈ ਫਿਰਦਿਆਂ ਫਿਰਦਿਆਂ ਭਾਈ ਸੁੱਖਾ ਸਿੰਘ ਦੀ ਦ੍ਰਿਸ਼ਟੀ ਵਿੱਚ ਇੱਕ ਥੈਲੀ ਪੈ ਗਈ, ਇੱਕ ਪੋਟਲੀ ਪੈ ਗਈ ਜਿਹਦੇ ਵਿੱਚ ਸੋਨੇ ਦੀਆਂ ਮੋਹਰਾਂ ਹਨ। ਕੰਦਿਓ ਸਿੰਘ ਲਾਰਮੈ ਪਾਈ ਬਾਜ ਦੇ ਵਾਂਗੂ ਛੂੰਕਦੇ ਹੋਏ ਕੋਲੋਂ ਲੰਘੇ ਤੇ ਉਹ ਜਿਹੜੀ ਥੈਲੀ ਚੁੱਕ ਕੇ ਨਾ ਤੇ ਉਹਨਾਂ ਨੇ ਆਪਣੇ ਲੜ ਦੇ ਨਾਲ ਬੰਨ੍ਹ ਲਈ ਹੈ। ਘੋੜੀ ਦਰਵਾਜ਼ੇ ਲੰਘ ਆਪਣੀ ਘੋੜੀ ਨੂੰ ਛੇੜ ਕੇ ਤੇ ਲਾਹੌਰ ਦੇ ਦਰਵਾਜ਼ੇ ਨੂੰ ਲੰਘ ਕੇ ਬਾਹਰ ਚਲੇ ਗਏ ਹਨ। ਕਰੀ ਨਾ ਤਿੰਨ ਕਛੂ ਮਰਨੋ ਸੰਗ ਮਰਨ ਦੀ ਪਰਵਾਹ ਨਹੀਂ ਕੀਤੀ, ਕੱਲਾ ਹੀ ਸਿੰਘ ਜਾ ਟੱਕਰਿਆ ਤੁਰਕਾਂ ਨੂੰ, ਉਹਨਾਂ ਦੇ ਕੋਲੋਂ ਥੈਲੀ ਖੋਹ ਕੇ ਤੇ ਲਾਹੌਰ ਤੋਂ ਬਾਹਰ ਨਿਕਲ ਗਿਆ ਹੈ। ਦੋਹਰਾ ਘੜੀ ਦੋ ਇੱਕ ਦਿਨ ਰਹਿਤ ਥੋ ਸਿੰਘ ਭਇਓ ਕੋਣ ਕੇ ਭੇਸ ਦਿਨ 2 ਘੜੀਆਂ ਰਹਿ ਗਿਆ ਸੀ, ਭਾਵ ਕਿ ਕਹਿ ਲੋ ਵੀ ਸੰਧਿਆ ਦਾ ਸਮਾਂ ਆਉਣ ਵਾਲਾ, ਰਾਤ ਨੇੜੇ ਸੀਗੀ, 2 ਘੜੀਆਂ ਦਾ ਸਮਾਂ ਰਹਿ ਗਿਆ ਸੀਗਾ। ਤੇ ਉਸ ਸਮੇਂ ਭਾਈ ਸੁੱਖਾ ਸਿੰਘ ਨੇ ਕੌਤਕ ਕੀਤਾ ਤੇ ਘੋੜੀ ਤੇ ਬਹਿ ਕੇ ਪੌਣ ਭੇਸ ਹੋ ਗਏ, ਭਾਵ ਹਵਾ ਦੇ ਵਾਂਗੂ ਰਫੂ ਚੱਕਰ ਹੋ ਗਏ ਹਨ। ਗਇਓ ਗਇਓ ਕਹਿੰਦੇ ਰਹੇ ਸਿੰਘ ਮੁਖ ਕੀਓ ਨਿਜ ਦੇਸ ਜਦੋਂ ਥੈਲੀ ਖੋ ਕੇ ਦੌੜੇ ਨਾ, ਤੁਰਕ ਕਹਿੰਦੇ ਹੋ ਗਿਆ ਸਿੰਘ, ਹੋ ਗਿਆ, ਸਾਡੀ ਥੈਲੀ ਲੈ ਗਿਆ। ਤੇ ਹੁਣ ਉਹ ਗਿਆ ਗਿਆ ਹੀ ਕਹੀ ਜਾਂਦੇ ਸਨ। ਇੰਨੇ ਨੂੰ ਜਿਹੜਾ ਸਿੰਘ ਸੀਗਾ ਉਹਨੇ ਆਪਣੇ ਪੰਜਾਬ ਦੇਸ਼ ਨੂੰ ਮੂੰਹ ਕਰ ਲਿਆ ਤੇ ਆਪਣੇ ਇਲਾਕੇ ਨੂੰ ਤੁਰ ਪਿਆ ਹੈ। ਸੋ ਪਈ ਰੋਲਾ ਗੋਲਾ ਜਗਤ ਹੈ ਪੂਰਪਰਾ ਇਸ ਤਰ੍ਹਾਂ ਲਾਹੌਰ ਦੇ ਸਰਾਫੇ ਬਾਜ਼ਾਰ ਦੇ ਵਿੱਚ ਰੌਲਾ ਗੋਲਾ ਪੈ ਗਿਆ। ਤਾਪਲੋ ਸਿੰਘ ਮੱਧ ਝਾੜੀ ਰਲਾ ਇੰਨੇ ਨੂੰ ਭਾਈ ਸੁੱਖਾ ਸਿੰਘ ਜਾ ਕੇ ਝਾੜੀਆਂ ਦੇ ਵਿੱਚ ਛਿਪ ਗਿਆ। ਤੁਰਕ ਫੂਟ ਕੇ ਮਗਰੋਂ ਦੋਰੀ ਮਗਰੋਂ ਕਿਤੇ ਬਾਅਦ ਵਿੱਚ ਤੁਰਕਾਂ ਦੀ ਫੌਜ ਦੌੜੀ। ਪਹਿਲਾਂ ਰੌਲਾ ਪਿਆ, ਫਿਰ ਕੋਤਵਾਲ ਦੇ ਕੋਲ ਸ਼ਿਕਾਇਤ ਪਹੁੰਚੀ।
ਉਸ ਤੋਂ ਬਾਅਦ ਫਿਰ ਪੈੜਾਂ ਜੀਆਂ ਨੱਪ ਕੇ ਤੇ ਉਹ ਆਏ ਕਿਤੇ ਆਏ ਬਾਅਦ ਵਿੱਚ। ਜਿੰਨੇ ਨੂੰ ਉਹ ਆਏ ਉਹਨੇ ਨੂੰ ਤਾਂ ਸਿੰਘ ਵੈਸੇ ਹੀ ਕਿਤੇ ਗੁਪਤ ਹੋ ਜਾਂਦੇ ਨੇ, ਉਹ ਤਾਂ ਸਾਹਮਣੇ ਹੀ ਕਿਤੇ ਗੁਪਤ ਹੋ ਜਾਂਦੇ ਨੇ। ਇੰਨੀ ਦੇਰ ਬਾਅਦ ਕਿੱਥੇ ਸਿੰਘ ਲੱਭਦਾ ਹੈ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਦੇ ਪਿੱਛੇ ਤੁਰਕਾਂ ਦੀ ਫੌਜ ਆ ਗਈ। ਸੋ ਲੰਘ ਗਇਓ ਤਰਫ ਕਿਤ ਔਰੀ। ਲੱਭਦੇ ਲੱਭਦੇ ਉਹ ਵੀ ਮਗਰ ਆਉਣ ਦਾ ਯਤਨ ਕਰਦੇ ਵੀ ਸੁੱਖਾ ਸਿੰਘ ਲੱਭ ਜਾਏ, ਪਰ ਇਤਨੇ ਨੂੰ ਭਾਈ ਸੁੱਖਾ ਸਿੰਘ ਕਿਤੇ ਹੋਰ ਹੀ ਲੰਘ ਗਿਆ ਹੈ। ਜਾਏ ਰਲਿਓ ਸਿੰਘਨ ਦਲ ਮਾਹੀ। ਜਾ ਕੇ ਸਿੰਘਾਂ ਦੇ ਦਲ ਦੇ ਵਿੱਚ ਰਲ ਗਿਆ। ਮੂਲ ਘੋੜੀ ਕੈ ਦੇ ਤੁਰ ਕਾਹੀ। ਜਾ ਕੇ ਘੋੜੀ ਦਾ ਮੁੱਲ ਜਿਹੜਾ ਸੀ ਉਹ ਦੇਣਾ ਚਾਹੁੰਦਾ ਹੈ ਭਾਈ ਸੁੱਖਾ ਸਿੰਘ। ਪਿੰਡ ਦੇ ਸਰਪੰਚ ਨੂੰ ਦੇ ਦਿਆ ਮਾਇਆ, ਕਿਤੇ ਨਾ ਸੋਚਦਾ ਹੋਵੇ ਵੀ ਸਿੰਘ ਧੋਖੇ ਨਾਲ ਘੋੜੀ ਲੈ ਗਿਆ ਹੈ। ਤੀਨਕ ਸੈਤ ਦਇਓ ਰੁਪਇਓ ਲਾਏ। ਇਸੇ ਪ੍ਰਕਾਰ 300 ਰੁਪਏ ਜਿਹੜੇ ਸਨ ਉਹਦੀ ਕੀਮਤ ਪਾ ਦਿੱਤੀ। ਸਿੰਘਾਂ ਨਾਲ ਗੱਲਬਾਤ ਕੀਤੀ ਵੀ ਘੋੜੀ ਕਿੰਨੇ ਕੁ ਦੀ ਹੋਵੇਗੀ। ਇਸ ਤਰ੍ਹਾਂ ਸਾਰੇ ਸਿੰਘਾਂ ਨੇ ਗੁਰਮਤਾ ਕਰਕੇ ਤੇ 300 ਰੁਪਇਆ ਦੱਸਿਆ ਵੀ ਘੋੜੀ ਦੀ ਕੀਮਤ ਹੈ। ਲਈ ਚੌਧਰੀ ਸੋ ਬਾਤ ਬਣਾਏ। 300 ਰੁਪਇਆ ਭੇਜ ਦਿੱਤਾ ਤੇ ਜਾ ਕੇ ਚੌਧਰੀ ਨੂੰ ਮਾਇਆ ਵੀ ਪਹੁੰਚਾ ਦਿੱਤੀ। ਆਪ ਨਹੀਂ ਗਏ, ਮਾਇਆ ਵੀ ਪਹੁੰਚਾ ਦਿੱਤੀ ਤੇ ਬਾਤ ਬਣਾਏ ਵੀ ਗੱਲਾਂ ਵੀ ਬਣਾ ਲੀਆਂ ਉਹਦੇ ਨਾਲ ਵੀ ਮਹਾਰਾਜ ਮੈਨੂੰ ਕੋਈ ਜ਼ਰੂਰਤ ਸੀ, ਜ਼ਰੂਰੀ ਕੰਮ ਜਾਣਾ ਸੀ ਤੇ ਬਿਨਾਂ ਪੁੱਛੇ ਬਿਨਾਂ ਦੱਸੇ ਮੈਂ ਘੋੜੀ ਲੈ ਗਿਆ ਤੁਹਾਡੇ ਕੋਲੋਂ। ਚੌਧਰੀ ਵੀ ਕਹਿੰਦਾ ਚੱਲ ਕੋਈ ਗੱਲ ਨਹੀਂ ਪੁੱਤਰ, ਲੈ ਗਿਆ ਤੇ ਕੋਈ ਗੱਲ ਨਹੀਂ, ਚਲੋ ਕੀਮਤਾਂ ਦੇ ਦਿੱਤੀ ਹੈ ਨਾ, ਮਾਇਆ ਵੀ ਦੇ ਦਿੱਤੀ ਤੇ ਉਹ ਪਿੰਡ ਦਾ ਜਿਹੜਾ ਸਰਪੰਚ ਸੀ ਉਹਨੂੰ ਵੀ ਖੁਸ਼ ਕਰ ਦਿੱਤਾ ਹੈ। ਹੋਰ ਸਿੰਘਾਂ ਕੇ ਲੰਗਰ ਪਾਈ। ਬਾਕੀ ਜਿਹੜੀ ਮਾਇਆ ਸੀ ਭਾਈ ਸੁੱਖਾ ਸਿੰਘ ਨੇ ਗੁਰੂ ਕੇ ਲੰਗਰਾਂ ਵਿੱਚ ਪਾ ਦਿੱਤੀ। ਕਲੀ ਨਾ ਘਰ ਜੈ ਥੇ ਪਿਤ ਮਾਈ। ਜਿੱਥੇ ਉਹਨਾਂ ਦੇ ਮਾਤਾ ਪਿਤਾ ਸਨ ਉੱਥੇ ਮਾਇਆ ਨਹੀਂ ਭੇਜੀ ਹੈ। ਇਸੀ ਭਾਂਤ ਸਿੰਘ ਨਿਤ ਤਹਿ ਦੌੜੇ। ਇਸ ਤਰ੍ਹਾਂ ਜਿਹੜੇ ਸਿੰਘ ਨੇ ਹਰ ਰੋਜ਼ ਇਸੇ ਪ੍ਰਕਾਰ ਹੀ ਦੌੜਦੇ ਹਨ। ਟੁੱਟ ਸੋ ਲਿਆਵੈ ਮਾਲ ਚੁਫੇਰੇ। 4 ਚੁਫੇਰੇ ਜਾ ਕੇ ਹੱਲਾ ਕਰਕੇ ਤੁਰਕਾਂ ਦਾ ਮਾਲ ਖੋਹ ਲਿਆਂਦੇ ਹਨ। ਬਹੁਤ ਸਿੰਘ ਚਿਤ ਭਇਓ ਉਛਾਹੇ। ਇਸ ਤਰ੍ਹਾਂ ਸਿੰਘ ਦੇ ਚਿੱਤ ਦੇ ਵਿੱਚ ਬੜਾ ਉਤਸ਼ਾਹ ਪੈਦਾ ਹੋ ਗਿਆ। ਉਸ ਮਾਰ ਹਟਾਵੈ ਜੋ ਗੇਲੇ ਪਾਹੇ। ਜਿਹੜਾ ਵੀ ਕਿਤੇ ਪਿੱਛੇ ਪੈ ਜਾਂਦਾ ਨਾ ਤੁਰਕ ਸਿੰਘਾਂ ਦੇ ਮਾਰ ਕੇ ਪਿਛਾਂ ਨੂੰ ਮੋੜ ਦਿੰਦੇ ਹਨ। ਤਬ ਸ਼ਸਤਰ ਕੀ ਵਿਦਿਆ ਜਾਣੇ। ਜਿੰਨੇ ਵੀ ਸ਼ਸਤਰ ਨੇ ਸਾਰੇ ਸ਼ਸਤਰਾਂ ਦੀ ਵਿਦਿਆ ਜਿਹੜੀ ਹੈ ਉਹ ਭਾਈ ਸੁੱਖਾ ਸਿੰਘ ਜਾਣਦੇ ਹਨ। ਹਾਥ ਪਾਏ ਉਸ ਬਹੁਤ ਸਤਾਣੇ। ਜਿਹੜਾ ਇੱਕ ਵਾਰੀ ਸੁੱਖਾ ਸਿੰਘ ਨੂੰ ਹੱਥ ਪਾ ਲੈਂਦਾ ਸੀ ਨਾ ਮੁੜ ਕੇ ਬਾਅਦ ਵਿੱਚ ਪਛਤਾਉਂਦਾ ਸੀ। ਭਾਵ ਕਿ ਜਿਹੜਾ ਇੱਕ ਵਾਰੀ ਸੁੱਖਾ ਸਿੰਘ ਤੇ ਹਮਲਾ ਕਰ ਦਿੰਦਾ ਸੀ ਉਹਨੂੰ ਮਾਰ ਕੇ ਹੀ ਸਾਹ ਲੈਂਦਾ ਸੀ। ਚੜ ਘੋੜੀ ਤੇ ਜੋ ਲੁੱਟ ਲਿਆਵੈ। ਘੋੜੀ ਦੇ ਉੱਪਰ ਚੜ ਕੇ ਜੋ ਕੁਝ ਵੀ ਉਹ ਲੁੱਟ ਕੇ ਲੈ ਕੇ ਆਉਂਦਾ ਹੈ ਉਤ ਖਾਲਸੇ ਲੰਗਰ ਪਾਵੈ। ਤੇ ਲਿਆ ਕੇ ਖਾਲਸੇ ਦੇ ਲੰਗਰ ਵਿੱਚ ਪਾ ਦਿੰਦਾ ਹੈ। ਕਿਉਂਕਿ ਖਾਲਸਾ ਖੋਹ ਕੇ ਖਾਂਦਾ, ਮੰਗ ਕੇ ਨਹੀਂ ਖਾਂਦਾ। ਜਾਂ ਤਾਂ ਕਿਰਤ ਕਰਕੇ ਖਾਏਗਾ ਤੇ ਜਾਂ ਫਿਰ ਖੋਹ ਕੇ ਖਾਏਗਾ। ਤੇ ਲੁੱਟੇਗਾ ਕਿਹਨਾਂ ਨੂੰ? ਜਿਹੜੇ ਲੋਕਾਂ ਨੂੰ ਲੁੱਟਦੇ ਉਹਨਾਂ ਨੂੰ ਲੁੱਟਦੇ ਨੇ, ਗਰੀਬਾਂ ਦਾ ਭਲਾ ਕਰਦੇ ਨੇ। ਅੱਗੇ ਵੀ ਬੇਨਤੀ ਕੀਤੀ ਵੀ ਇੱਕ ਨਿਹੰਗ ਸਿੰਘ ਨਿਤਨੇਮ ਕਰਦਾ ਅੰਮ੍ਰਿਤ ਵੇਲੇ ਜਿਉਂ ਬਾਣੀ ਪੜ੍ਹਨ ਲੱਗਾ ਤੇ ਇੱਕ ਕੋਈ ਮੌਲਵੀ ਸੀ, ਉਹਨੇ ਵੇਖਿਆ ਵੀ ਸਿੰਘ ਹੈ ਬਾਣੀ ਪੜ੍ਹਦਾ ਪਿਆ। ਉਹਨੇ ਆ ਕੇ ਨੇੜੇ ਨਾ ਸੋਚਿਆ ਵੀ ਮਾਇਆ ਦੇ ਦਿਆਂ ਸਿੰਘ ਨੂੰ ਤੇ ਲਿਆ ਕੇ ਮਾਇਆ ਮੂਹਰੇ ਕੀਤੀ। ਮਹਾਰਾਜ ਵੀ ਇਹ ਛੋਟੀ ਜੀ ਭੇਟਾ, ਸੋਟਾ ਪਿਆ ਸੀ, ਸੋਟਾ ਮਾਰਿਆ ਹੱਥ ਦੇ ਉੱਤੇ, ਹੱਥ ਤੇ ਮਾਰਿਆ ਸੋਟਾ ਤੇ ਉਹ ਰੁਪਈਆ ਜਿਹੜਾ ਸੀ ਉਹ ਥੱਲੇ ਡਿੱਗ ਪਿਆ ਤੇ ਸਿੰਘ ਨੇ ਚੁੱਕ ਲਿਆ। ਉਹ ਮੌਲਵੀ ਕਹੇ ਵੀ ਮਹਾਰਾਜ ਮੈਂ ਨਾਲੇ ਤਾਂ ਤੁਹਾਨੂੰ ਭੇਟਾ ਦੇਣਾ ਤੇ ਨਾਲੇ ਸੋਟਾ ਖਾਧਾ। ਕਹਿੰਦੇ ਨਹੀਂ, ਖਾਲਸਾ ਖੋਹ ਕੇ ਖਾਂਦਾ ਹੈ, ਮੰਗ ਕੇ ਨਹੀਂ ਖਾਂਦਾ। ਭੀਖ ਨਹੀਂ ਚਾਹੀਦੀ ਮੈਨੂੰ, ਹਾਂ ਲੁੱਟ ਕੇ ਜ਼ਰੂਰ ਖਾਵਾਂਗੇ, ਖੋਹ ਕੇ ਜ਼ਰੂਰ ਖਾਵਾਂਗੇ। ਇਹ ਸੁਭਾਅ ਹੈ ਖਾਲਸੇ ਦਾ। ਯਾਦ ਰੱਖੀਏ, ਲੁੱਟਦੇ ਵੀ ਉਹਨਾਂ ਨੂੰ ਨੇ ਜਿਹੜੇ ਲੋਕਾਂ ਨੂੰ ਲੁੱਟਦੇ ਨੇ, ਲੋਕਾਂ ਦਾ ਨੁਕਸਾਨ ਕਰਦੇ ਨੇ। ਸਮੇਂ ਦੀਆਂ ਸਰਕਾਰਾਂ ਵੀ ਤਾਂ ਲੁੱਟਦੀਆਂ ਨੇ ਨਾ, ਉਹ ਗਰੀਬਾਂ ਨੂੰ ਲੁੱਟਦੇ ਨੇ। ਅੱਜ ਵੀ ਹੁਣ ਵੀ ਆਹ ਹਾਲਾਤ ਮੌਜੂਦਾ ਜਿਹੜੇ ਨੇ, ਹੁਣ ਦੀਆਂ ਸਰਕਾਰਾਂ ਗਰੀਬਾਂ ਨੂੰ ਲੁੱਟ ਕੇ ਅਮੀਰਾਂ ਦੀਆਂ ਝੋਲੀਆਂ ਭਰ ਰਹੇ ਨੇ। ਜਿਹੜੇ ਕਿਸਾਨ ਨੇ ਉਹਨਾਂ ਦਾ ਕਰਜ਼ਾ ਜਿਹੜਾ ਉਹ ਕਹਿੰਦੇ ਵੀ ਕਰਜ਼ਾ ਲਾਓ ਆਪਣਾ, ਇਹੀ ਕਹਿੰਦੀ ਹੈ ਨਾ ਸਰਕਾਰ ਵੀ ਤੁਹਾਨੂੰ ਮੋੜਨਾ ਪੈਣਾ। ਇਹ ਕੁਝ ਹੋ ਰਿਹਾ। ਪਰ ਜਿਹੜੇ ਵੱਡੇ ਵੱਡੇ ਰਈਸਦਾਰ ਨੇ, ਕਰੋੜਾਪਤੀ ਲੋਕ ਨੇ, ਉਹਨਾਂ ਦੇ ਕਰਜ਼ੇ ਵੀ ਮਾਫ ਕਰਾਈ ਜਾਂਦੇ ਨੇ ਬੈਂਕਾਂ ਕੋਲੋਂ ਸਰਕਾਰ ਨੇ ਵੀ ਇਹ ਘਾਟਾ ਪੈ ਗਿਆ ਇਹਨਾਂ ਨੂੰ।
ਵੀ ਉਹਨਾਂ ਨੂੰ ਘਾਟਾ ਪੈ ਗਿਆ। ਜਿਹੜੇ ਵਿਚਾਰੇ ਇੱਥੇ ਲੋਕਾਂ ਲਈ ਅੰਨ ਉਗਾ ਕੇ ਲੋਕਾਂ ਦਾ ਭਲਾ ਕਰਦੇ ਨੇ, ਉਹਨਾਂ ਨੂੰ ਘਾਟਾ ਕੋਈ ਨਹੀਂ ਪਿਆ। ਉਹ ਵਿਚਾਰੇ ਫਾਹੇ ਲੈ ਕੇ ਮਰੀ ਜਾਂਦੇ ਨੇ। ਭਾਵ ਕਿ ਠੱਗਾਂ ਦਾ ਟੋਲਾ ਹੀ ਹੈ ਸਾਰਾ ਜਿੰਨਾ ਇਕੱਠਾ ਹੋਇਆ, ਇਹ ਸਭ ਠੱਗ ਨੇ। ਇੱਕ ਸਰਕਾਰ ਹਕੂਮਤ ਠੱਗ ਹੁੰਦੀ ਹੈ, ਇੱਕ ਰਈਸਦਾਰ ਠੱਗ ਹੁੰਦੇ ਨੇ। ਉਹ ਵੀ ਲੋਕਾਂ ਨੂੰ ਲੁੱਟਦੇ ਨੇ, ਇਹ ਵੀ ਲੁੱਟਦੇ ਨੇ। ਇਸ ਕਰਕੇ ਖਾਲਸੇ ਦਾ ਸੁਭਾਅ, ਸਮੇਂ ਦੀ ਹਕੂਮਤ ਲੋਕਾਂ ਨੂੰ ਲੁੱਟ ਕੇ ਖਾਂਦੀ ਹੈ, ਉਹ ਫਿਰ ਹਕੂਮਤ ਨੂੰ ਲੁੱਟ ਲੈਂਦੇ ਨੇ। ਕਾਰਨ ਕਿਉਂਕਿ ਖਾਲਸਾ ਆਕੀ ਤੇ ਬਾਗੀ ਹੈ। ਜਿਹੜਾ ਬਾਗੀ ਹੋਵੇਗਾ ਉਹੀ ਦੂਜੇ ਨੂੰ ਲੁੱਟ ਕੇ ਖਾਏਗਾ, ਅਧੀਨਗੀ ਵਾਲਾ ਨਹੀਂ। ਇਸ ਕਰਕੇ ਤੁਰਤ ਖਾਲਸੇ ਲੰਗਰ ਪਾਵੈ। ਜੋ ਕੁਝ ਵੀ ਲੁੱਟ ਕੇ ਲਿਆਂਦੇ ਭਾਈ ਸੁੱਖਾ ਸਿੰਘ, ਸਾਰਾ ਕੁਝ ਲਿਆ ਕੇ ਖਾਲਸੇ ਦੇ ਲੰਗਰ ਵਿੱਚ ਪਾ ਦਿੰਦੇ ਹਨ। ਜਿੱਥੇ ਵੀ ਤੁਰਕਾਂ ਦੇ ਨਾਲ ਜੰਗ ਹੋ ਜਾਏ, ਸ਼ੇਰ ਦੇ ਵਾਂਗੂ ਟੁੱਟ ਕੇ ਪੈ ਜਾਂਦੇ ਹਨ। ਇੱਕ ਦੋ ਸ਼ਸਤਰ ਮਾਰ ਕੇ ਤੁਰਕਾਂ ਨੂੰ ਹਲਾਕ ਕਰਕੇ, ਦੋ ਚਾਰ ਤੁਰਕ ਝਟਕਾ ਕੇ ਫਿਰ ਖਾਲਸੇ ਵਿੱਚ ਆ ਰਲਦੇ ਹਨ। ਤੇ ਜਿਹੜਾ ਰਾਮ ਜੰਗਾ ਹੈ, ਰਾਮ ਜੰਗਾ ਕਿਹਨੂੰ ਕਹਿੰਦੇ? ਬੰਦੂਕ ਨੂੰ। ਜਿਹੜਾ ਰਾਮ ਜੰਗਾ ਭਾਈ ਸੁੱਖਾ ਸਿੰਘ ਉਹਨੂੰ ਚਲਾਣਾ ਜਾਣਦੇ ਨੇ, ਖੂਬ ਨਿਸ਼ਾਨਚੀ ਨੇ, ਬੜੇ ਵੱਡੇ ਨਿਸ਼ਾਨਚੀ ਸਨ, ਬੰਦੂਕ ਚਲਾਣੀ ਖੂਬ ਚੰਗੀ ਤਰ੍ਹਾਂ ਜਾਣਦੇ ਹਨ। ਇਸੇ ਪ੍ਰਕਾਰ ਤੀਰ ਅੰਦਾਜ਼ਨ ਵੀ ਬੜੇ ਵੱਡੇ ਸਨ ਤੇ ਤੀਰ ਮਾਰ ਕੇ ਤੁਰਕਾਂ ਦੇ ਘੋੜੇ ਸੁੱਟ ਦਿੰਦੇ ਹਨ। ਨੇਜਾ, ਸੇਲਾ, ਬਰਛੀ ਤੇ ਤੇਗ ਤਲਵਾਰ ਮਾਰਦੇ ਹਨ। ਜਿਹਨੂੰ ਵੀ ਤਲਵਾਰ ਮਾਰਦੇ, ਨੇਜਾ, ਬਰਛੀ ਆਦਿਕ ਮਾਰ ਦਿੰਦੇ ਨੇ, ਤੁਰੰਤ ਉਹਦੇ ਪ੍ਰਾਣ ਉਡਾ ਦਿੰਦੇ ਹਨ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਦੀ ਹਰ ਪਾਸੇ ਚਰਚਾ ਹੋਣ ਲੱਗ ਪਈ ਹੈ। ਸੂਰਮਿਆਂ ਦੇ ਵਿੱਚ ਸਿਰਮੌਰ ਸੂਰਮਾ ਗਿਣਿਆ ਜਾਣ ਲੱਗਾ ਭਾਈ ਸੁੱਖਾ ਸਿੰਘ। ਜਿੱਥੇ ਵੀ ਜੰਗ ਜੁੜ ਜਾਂਦਾ ਸੀ, ਭਾਵ ਜੰਗ ਹੋਣ ਲੱਗਦਾ ਸੀ, ਉੱਥੇ ਜਾ ਕੇ ਫਤਿਹ ਪ੍ਰਾਪਤ ਕਰਕੇ ਆਉਂਦੇ ਸਨ। ਜਿੱਥੇ ਖਾਲਸੇ ਦਾ ਦੀਵਾਨ ਸੱਜਣਾ ਤੇ ਸਾਰੇ ਦੀਵਾਨ ਵਿੱਚ ਭਾਈ ਸੁੱਖਾ ਸਿੰਘ ਦਾ ਬੜਾ ਆਦਰ ਸਤਿਕਾਰ ਹੁੰਦਾ ਹੈ। ਪਰ ਨਿਮਰਤਾ ਬੜੀ ਸੀ। ਜਦੋਂ ਦੀਵਾਨ ਸੱਜ ਜਾਣਾ ਤੇ ਸੰਗਤਾਂ ਨੂੰ ਪੱਖਾ ਫੇਰਦੇ ਨੇ, ਹਵਾ ਪਾਉਂਦੇ ਹਨ। ਅੰਗੀਠਿਆਂ ਵਾਸਤੇ ਸਮਧਾ ਲੱਕੜੀਆਂ ਲੈ ਕੇ ਆਉਂਦੇ ਨੇ। ਠੰਡ ਹੁੰਦੀ ਸੀ ਨਾ, ਅੰਗੀਠੇ ਬਾਲਦੇ ਸਨ, ਅੱਗ ਬਾਲ ਲੈਣੀ ਕੋਲ, ਤੇ ਹੁਣ ਉਹ ਅੱਗ ਵਾਸਤੇ ਲੱਕੜਾਂ ਲੈ ਕੇ ਆਉਂਦੇ ਸਨ। ਪੱਖਾ ਫੇਰੀ ਸੇਵ ਕਮਾਵਾ। ਜਿਹੜੇ ਬਾਣੀ ਦੇ ਬਚਨ ਨੇ ਉਹਨੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰਦੇ ਹਨ। ਪਿਆਸਨ ਖਾਤਰ ਮਸ਼ਕ ਉਠਾਵੇ। ਤੇ ਸਿੰਘਾਂ ਨੂੰ ਪਿਆਸ ਲੱਗਦੀ, ਉਹਨਾਂ ਪਿਆਸਿਆਂ ਵਾਸਤੇ ਮਸ਼ਕ ਉਠਾ ਕੇ ਉਹਨਾਂ ਨੂੰ ਜਲ ਛਕਾਉਂਦੇ ਹਨ। ਜਿਹੜੇ ਭੁੱਖੇ ਹੁੰਦੇ ਸਨ, ਉਹਨਾਂ ਵਾਸਤੇ ਲੰਗਰ ਪਾਣੀ ਲਿਆ ਕੇ ਉਹਨਾਂ ਦੀ ਸੇਵਾ ਕਰਦੇ ਹਨ। ਜਿਹੜੇ ਸਿੰਘ ਜੰਗ ਕਰਕੇ ਜਾਂ ਯਾਤਰਾ ਕਰਕੇ ਥੱਕ ਜਾਂਦੇ ਨੇ, ਉਹਨਾਂ ਦੀ ਮੁੱਠੀ ਚਾਪੀ ਕਰਦੇ ਹਨ। ਤੇ ਸਿੰਘਾਂ ਨੇ ਇਸ਼ਨਾਨ ਕਰਨਾ ਹੁੰਦਾ ਸੀ ਤੇ ਜਲ ਦੀਆਂ ਗਾਗਰਾਂ ਭਰ ਭਰ ਕੇ ਲੈ ਕੇ ਆਉਣੀਆਂ, ਸਿੰਘਾਂ ਨੂੰ ਇਸ਼ਨਾਨ ਕਰਾਉਣਾ, ਇਹ ਰੋਜ਼ ਦਾ ਉਹਨਾਂ ਦਾ ਨੇਮ ਹੈ। ਸਿੰਘਾਂ ਦੇ ਕਛਹਿਰੇ ਵੀ ਧੋਣੇ, ਚੰਗੀ ਤਰ੍ਹਾਂ ਨਿਚੋੜ ਕੇ ਤੇ ਸੁੱਕਣੇ ਪਾ ਦੇਣੇ, ਤੇ ਚਰਨ ਧਵਾਏ ਤੇ ਉਹਨਾਂ ਦੇ ਚਰਨ ਵੀ ਧੋਂਦੇ ਹਨ। ਜਦੋਂ ਸਿੰਘ ਮੁਖ ਮਾਂਜਦੇ ਨੇ, ਅੰਮ੍ਰਿਤ ਵੇਲੇ ਦਾਤਨ ਆਦਿਕ ਕਰਦੇ ਨੇ, ਗੜਵਾ ਲੈ ਕੇ ਕੋਲ ਖਲੋ ਜਾਂਦੇ ਸਿੰਘਾਂ ਦੇ। ਇਸ ਤਰ੍ਹਾਂ ਉਹਨਾਂ ਨੂੰ ਦਾਤਨ ਵੀ ਕਰਾਉਂਦੇ ਹਨ, ਜਲ ਆਦਿਕ ਵਰਤਾਉਂਦੇ ਹਨ। ਜੰਗ ਵੀ ਕਰਨੀ, ਖਾਲਸੇ ਪੰਥ ਦੀ ਸੇਵਾ ਵੀ ਕਰਨੀ, ਤੇ ਫਿਰ ਜਦੋਂ ਅੰਮ੍ਰਿਤ ਵੇਲੇ ਦਾ ਤੇ ਸੰਧਿਆ ਦਾ ਸਮਾਂ ਹੋਣਾ ਤੇ ਹੱਥ ਵਿੱਚ ਸਾਜ਼ ਫੜ ਕੇ ਤੇ ਪ੍ਰੇਮ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ, ਇਹ ਭਾਈ ਸੁੱਖਾ ਸਿੰਘ ਜੀ ਦਾ ਨੇਮ ਹੈ। ਕਮਰ ਕੱਸਾ ਨਿਸ ਦਿਨ ਰੱਖੇ, ਲੜਨ ਘੁਲਣ ਕੋ ਤਿਆਰ। ਤੇ ਕਮਰ ਕੱਸਾ ਦਿਨ ਰਾਤ ਲਾ ਕੇ ਰੱਖਦੇ ਸਨ, ਲੜਨ ਘੁਲਣ ਵਾਸਤੇ ਤਾਂ ਤਿਆਰ ਹੀ ਰਹਿੰਦੇ ਸਨ। ਜਿੱਥੇ ਵੀ ਮੌਕਾ ਮਿਲਣਾ ਤੇ ਭਾਈ ਤਾਰਾ ਸਿੰਘ ਵਾਂਗੂ ਉੱਥੇ ਹੀ ਤਿਆਰ ਬਰ ਤਿਆਰ ਹੋ ਜਾਣਾ ਜੰਗ ਕਰਨ ਵਾਸਤੇ। ਇਸ ਤਰ੍ਹਾਂ ਹੋਰ ਵੀ ਕਈ ਪ੍ਰਕਾਰ ਦੀ ਸਿੰਘਾਂ ਦੀ ਟਹਿਲ ਸੇਵਾ ਕਰਦੇ ਹਨ। ਦੰਗੇ ਫੰਗੇ ਤੋਂ ਵੀ ਡਰਦੇ ਨਹੀਂ ਹਨ।
ਆਏ। ਸਾਧ ਸੰਗਤ ਜੀ, ਮਾਤਾ ਪਿਤਾ ਕਈ ਵਾਰੀ ਆਏ ਖਾਲਸੇ ਪੰਥ ਦੇ ਕੋਲ। ਭਾਈ ਸੁੱਖਾ ਸਿੰਘ ਨੂੰ ਵੀ ਆਖਿਆ ਵੀ ਚੱਲ ਪੁੱਤਰ ਤੇਰਾ ਮੁਕਲਾਵਾ ਲੈ ਆਈਏ, ਵੀ ਤੇਰਾ ਵਿਆਹ ਹੋ ਗਿਆ ਸੀ ਬਚਪਨ 'ਚ, ਤੇਰਾ ਮੁਕਲਾਵਾ ਲੈ ਕੇ ਆਉਣਾ। ਪਰ ਭਾਈ ਸੁੱਖਾ ਸਿੰਘ ਮੰਨਿਆ ਨਹੀਂ। ਸਿੰਘਾਂ ਤੇ ਬਹੁਤਾਏ ਅਖਾਏ। ਉਸ ਤੋਂ ਬਾਅਦ ਫਿਰ ਖਾਲਸੇ ਦੇ ਕੋਲ ਚਲੇ ਗਏ ਮਾਤਾ ਪਿਤਾ, ਤੇ ਸਿੰਘਾਂ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕਹੋ ਵੀ ਸੁੱਖਾ ਸਿੰਘ ਮੰਨਦਾ ਨਹੀਂ, ਇਹਦਾ ਮੁਕਲਾਵਾ ਲੈ ਕੇ ਆਉਣਾ। ਤੇ ਫਿਰ ਖਾਲਸੇ ਨੇ ਹੁਕਮ ਕੀਤਾ ਭਾਈ ਸੁੱਖਾ ਸਿੰਘ ਨੂੰ ਵੀ ਜਾ ਭਾਈ ਘਰ ਜਾ ਕੇ ਆਪਣਾ ਮੁਕਲਾਵਾ ਲੈ ਆ। ਦੋਹਰਾ ਮਾਤ ਪਿਤਾ ਤਿਸ ਆਏ ਕੈ ਸਿੰਘਨ ਤੇ ਸੁਖਾਏ। ਮਾਤਾ ਪਿਤਾ ਨੇ ਆ ਕੇ ਬਾਬਾ ਸ਼ਾਮ ਸਿੰਘ ਦੇ ਡੇਰੇ ਤੇ ਸਿੰਘਾਂ ਦੇ ਕੋਲੋਂ ਭਾਈ ਸੁੱਖਾ ਸਿੰਘ ਨੂੰ ਕਹਾਇਆ ਹੈ। ਲੈ ਗਏ ਆਪਣੇ ਘਰ ਵਿਖੇ ਮੁਕਲਾਵਾ ਕਰਵਾਏ। ਮਾਤਾ ਪਿਤਾ ਦੇ ਕਹੇ ਨਹੀਂ ਸਨ ਜਾਂਦੇ, ਪਰ ਜਦੋਂ ਸਿੰਘਾਂ ਨੇ ਖਾਲਸੇ ਨੇ ਹੁਕਮ ਕਰ ਦਿੱਤਾ ਮਜਬੂਰਨ ਉਹਨਾਂ ਨੂੰ ਜਾਣਾ ਪਿਆ। ਇਸ ਤਰ੍ਹਾਂ ਮਾਤਾ ਪਿਤਾ ਸੁੱਖਾ ਸਿੰਘ ਨੂੰ ਲੈ ਕੇ ਆਪਣੇ ਪਿੰਡ ਵਾਪਸ ਆ ਗਏ। ਉੱਥੇ ਲਿਆ ਕੇ ਉਹਨਾਂ ਦਾ ਮੁਕਲਾਵਾ ਕਰ ਦਿੱਤਾ ਹੈ। ਜੋ ਪਈ ਅਬੇਰ ਸਵੇਰ ਸੂ ਘਰ ਮੈਂ ਜਾਵੇ। ਪਰ ਉਸ ਤੋਂ ਬਾਅਦ ਵੀ ਭਾਈ ਸੁੱਖਾ ਸਿੰਘ ਵਾਪਸ ਖਾਲਸੇ ਪੰਥ ਵਿੱਚ ਆ ਗਏ। ਅਵੇਰ ਸਵੇਰ ਕਿਤੇ ਆਪਣੇ ਘਰ ਚਲੇ ਜਾਂਦੇ ਹਨ। ਲੋਕਾਂ ਡਰ ਫਿਰ ਗੱਲ ਨੂੰ ਆਵੇ। ਉਹਨਾਂ ਨੂੰ ਪਤਾ ਸੀਗਾ ਵੀ ਤੁਰਕ ਚਾਰ ਚਫੇਰੇ ਨੇ, ਘਰ ਵਿੱਚ ਰਹਿਣਾ ਠੀਕ ਨਹੀਂ, ਇਸ ਕਰਕੇ ਉਹ ਸਿੰਘਾਂ ਦੇ ਦਲ ਵਿੱਚ ਵਾਪਸ ਆ ਜਾਂਦੇ ਹਨ। ਸਮੋ ਪਾਏ ਉਸ ਬੇਟੀ ਭਈ। ਸਮਾਂ ਪਾ ਕਰਕੇ ਕੁਝ ਸਮੇਂ ਬਾਅਦ ਭਾਈ ਸੁੱਖਾ ਸਿੰਘ ਦੇ ਘਰ ਵਿੱਚ ਇੱਕ ਬੇਟੀ ਨੇ ਜਨਮ ਲਿਆ ਹੈ। ਆਪ ਮੁੜੀ ਕੇ ਨਾਰ ਮਾਰ ਗਈ। ਹੁਣ ਦੇਵ ਨੇ ਤੋਂ ਘਟਨਾ ਵਾਪਰੀ ਜਦੋਂ ਲੜਕੀ ਨੇ ਜਨਮ ਲਿਆ, ਤੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੁਣ ਇਹ ਨਹੀਂ ਪਤਾ ਵੀ ਉਹ ਆਪ ਮਰ ਗਈ ਜਾਂ ਭਾਈ ਸੁੱਖਾ ਸਿੰਘ ਦੀ ਘਰਵਾਲੀ ਨੇ ਉਹਨੂੰ ਮਾਰ ਦਿੱਤਾ। ਇਹ ਚਰਚਾ ਖਾਲਸੇ ਮੈਂ ਆਈ। ਹੁਣ ਉਹ ਜੰਮਦੀ ਲੜਕੀ ਮਾਰ ਦਿੱਤੀ ਗਈ। ਭਾਈ ਸਾਹਿਬ ਕਹਿੰਦੇ ਇਹ ਨਹੀਂ ਪਤਾ ਵੀ ਉਹ ਮਰੀ ਕਿੱਦਾਂ, ਵੀ ਆਪ ਮਰ ਗਈ ਜਾਂ ਭਾਈ ਸੁੱਖਾ ਸਿੰਘ ਦੀ ਘਰਵਾਲੀ ਨੇ ਮਾਰ ਦਿੱਤੀ। ਇਹ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਵੀ ਤਰਾਸਦੀ ਇਸੇ ਤਰ੍ਹਾਂ ਹੀ ਚੱਲੀ ਆਉਂਦੀ ਹੈ ਕੁੜੀਆਂ ਨੂੰ ਮਾਰਨ ਦੀ। ਪਹਿਲਾਂ ਲੋਕ ਦਾਈਆਂ ਜਿਹੜੀਆਂ ਗਲਾ ਘੁੱਟ ਕੇ ਮਾਰ ਦਿੰਦੀਆਂ ਸਨ, ਜਾਂ ਘੜਿਆਂ ਵਿੱਚ ਪਾ ਕੇ ਐਦਾਂ ਜ਼ਮੀਨ ਵਿੱਚ ਬੱਚੀਆਂ ਨੂੰ ਦਫਨਾ ਦੇਣਾ। ਅੱਜ ਕੱਲ੍ਹ ਤਾਂ ਪੇਟ ਵਿੱਚ ਹੀ ਕੰਮ ਨਿਬੇੜ ਦਿੰਦੇ ਨੇ। ਇਹ ਬਹੁਤ ਵੱਡਾ ਪਾਪ ਹੈ। ਜਿਹੜਾ ਕੁੜੀ ਮਾਰ ਹੈ ਉਹਦਾ ਖਾਲਸੇ ਨਾਲ ਕੋਈ ਮੇਲ ਨਹੀਂ, ਖਾਲਸਾ ਨੂੰ ਕਦੇ ਬਖਸ਼ਦਾ ਨਹੀਂ ਹੁੰਦਾ। ਇਸ ਪ੍ਰਕਾਰ ਸਾਧ ਸੰਗਤ ਜੀਓ, ਜਦੋਂ ਕੁੜੀ ਉਹ ਲੜਕੀ ਜਿਹੜੀ ਸੀ ਉਹ ਮਰ ਗਈ ਤੇ ਇਹ ਚਰਚਾ ਖਾਲਸੇ ਮੈਂ ਆਈ। ਰੌਲਾ ਪੈਂਦਾ ਪੈਂਦਾ ਇਹ ਚਰਚਾ ਖਾਲਸੇ ਵਿੱਚ ਹੋਣ ਲੱਗ ਪਈ। ਸਿੰਘਾਂ ਨੂੰ ਪਤਾ ਲੱਗ ਗਿਆ ਹੈ। ਬਰਤਨ ਛੂਹਣ ਤੈ ਦਿਓ ਹਟਾਈ। ਹੁਣ ਸਿੰਘਾਂ ਨੂੰ ਇਉਂ ਜਾਪਣ ਲੱਗ ਗਿਆ ਵੀ ਇਹ ਤਾਂ ਕੁੜੀ ਮਾਰ ਨੇ, ਇਹਨਾਂ ਨੇ ਕੁੜੀ ਮਾਰ ਦਿੱਤੀ ਹੈ। ਮਹਾਰਾਜ ਨੇ ਜਿਹੜੀ ਮਰਿਆਦਾ ਬਣਾਈ ਸੀ ਉਹਦੇ ਵਿੱਚ ਬਕਾਇਦਾ ਲਿਖਿਆ ਗਿਆ ਵੀ ਕੁੜੀ ਮਾਰ ਦੇ ਨਾਲ ਮੇਰਾ ਖਾਲਸਾ ਮੇਲ ਨਾ ਰੱਖੇ। ਤੇ ਖਾਲਸੇ ਨੇ ਬਰਤਨ ਛੂਹਣ ਤੋਂ ਵੀ ਹਟਾ ਦਿੱਤਾ। ਭਾਵ ਰਹਿੰਦੇ ਜ਼ਰੂਰ ਸਨ ਭਾਈ ਸੁੱਖਾ ਸਿੰਘ ਉੱਥੇ, ਪਰ ਉਹ ਕਿਸੇ ਭਾਂਡੇ ਨੂੰ ਬਰਤਨ ਨੂੰ ਵੀ ਹੱਥ ਨਹੀਂ ਸੀ ਲਾਉਣ ਦਿੰਦੇ। ਕਹੇ ਖਾਲਸਾ ਕੰਨਿਆ ਮਾਰੀ। ਖਾਲਸਾ ਕਹਿਣ ਲੱਗਾ ਵੀ ਸੁੱਖਾ ਸਿੰਘ ਤੂੰ ਕੰਨਿਆ ਮਾਰ ਦਿੱਤੀ ਆ, ਕੁੜੀ ਮਾਰ ਦਿੱਤੀ, ਲੜਕੀ ਮਾਰੀ ਹੈ। ਰੀਤ ਖਾਲਸੇ ਕੀ ਹੈ ਵਿਗਾੜੀ। ਤੂੰ ਖਾਲਸੇ ਦੀ ਰੀਤ ਵਿਗਾੜ ਦਿੱਤੀ। ਮਹਾਰਾਜ ਦਾ ਹੁਕਮ ਸੀ ਵੀ ਕੰਨਿਆ ਨੂੰ ਮਾਰਨਾ ਨਹੀਂ, ਭਜੰਗਣ ਨੂੰ ਮਾਰਨਾ ਨਹੀਂ, ਤੂੰ ਆਪਣੀ ਭਜੰਗਣ ਮਾਰ ਦਿੱਤੀ ਹੈ। ਪੰਥ ਖਾਲਸਾ ਮੁਖ ਨਾ ਲਗਾਵੇ। ਪੰਥ ਖਾਲਸਾ ਭਾਈ ਸੁੱਖਾ ਸਿੰਘ ਨੂੰ ਮੂੰਹ ਨਹੀਂ ਲਾਉਂਦਾ। ਕੁੜੀ ਮਾਰ ਕੇ ਦੂਰ ਬਿਠਾਵੇ। ਇਹ ਕਹਿੰਦੇ ਵੀ ਤੂੰ ਕੁੜੀ ਮਾਰ ਹੈ, ਜਾ ਜਾ ਕੇ ਦੂਰ ਜਾ ਕੇ ਬਹਿ ਜਾ। ਨੇੜੇ ਵੀ ਨਹੀਂ ਸਨ ਬਹਿਣ ਦਿੰਦੇ, ਦੂਰ ਬਿਠਾਉਂਦੇ ਸਨ। ਬਖਸ਼ੇ ਨਾ ਖਾਲਸਾ ਬਿਨੇ ਕਰ ਰਹਿਓ। ਖਾਲਸਾ ਜੀ ਬਾਰ-ਬਾਰ ਬੇਨਤੀ ਕਰਦਾ ਰਿਹਾ ਭਾਈ ਸੁੱਖਾ ਸਿੰਘ ਵੀ ਮੈਂ ਕੁਝ ਨਹੀਂ ਕੀਤਾ, ਵੀ ਮੇਰਾ ਕੀ ਕਸੂਰ ਹੈ ਵੀ ਲੜਕੀ ਆਪ ਮਰ ਗਈ ਜਾਂ ਮੇਰੀ ਘਰਵਾਲੀ ਨੇ ਮਾਰੀ, ਵੀ ਮੈਨੂੰ ਨਹੀਂ ਕਿਸੇ ਗੱਲ ਬਾਰੇ ਪਤਾ। ਪਰ ਖਾਲਸਾ ਨਹੀਂ ਮੰਨਿਆ। ਨਹੀਂ, ਤੂੰ ਖਾਲਸੇ ਦੀ ਮਰਿਆਦਾ ਵਿਗਾੜ ਦਿੱਤੀ ਹੈ, ਤੂੰ ਕੰਨਿਆ ਮਾਰੀ ਹੈ, ਇਸ ਕਰਕੇ ਖਾਲਸੇ ਨਾਲ ਤੇਰਾ ਕੋਈ ਸੰਬੰਧ ਨਹੀਂ ਹੈ। ਆਏ ਦੇਸੋ ਸਿੰਘ ਕੋ ਗਇਓ। ਹੁਣ ਸਿੰਘ ਨੂੰ ਫਿਕਰ ਪੈ ਗਿਆ ਭਾਈ ਸੁੱਖਾ ਸਿੰਘ ਨੂੰ। ਜਿੱਤੀ ਚੜ੍ਹੀ ਥੀ ਸਿੰਘ ਕੀ ਬਾਤ। ਹੁਣ ਭਾਈ ਸੁੱਖਾ ਸਿੰਘ ਦੀ ਚੜ੍ਹਤ ਬੜੀ ਸੀ। ਸੂਰਮਿਆਂ ਵਿੱਚ ਸਰਮੌਰ ਸੂਰਮਾ ਗਿਣਿਆ ਜਾਂਦਾ ਸੀਗਾ। ਤਿੱਤੀ ਉਸੈ ਭਈ ਨੀਚੀ ਜਾਤ। ਜਿੰਨੀ ਭਾਈ ਸੁੱਖਾ ਸਿੰਘ ਦੀ ਚੜ੍ਹਾਈ ਹੋਈ ਨਾ, ਹੌਲੀ 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 ਓਨਾ ਕੰਮ ਹੇਠਾਂ ਆ ਗਿਆ। ਜਿੰਨੀ ਗੁੱਡੀ ਚੜ੍ਹ ਗਈ ਓਨੀ ਹੇਠਾਂ ਉਤਰ ਗਈ। ਭਾਈ ਸੁੱਖਾ ਸਿੰਘ ਦੀ ਨਿੰਦਿਆ ਹੋਣ ਲੱਗ ਪਈ ਹੈ। ਮਨ ਆਪਣੇ ਮਹਿ ਚਿੰਤਾ ਕਰੇ। ਭਾਈ ਸੁੱਖਾ ਸਿੰਘ ਮਨ ਦੇ ਵਿੱਚ ਬੜੀ ਚਿੰਤਾ ਕਰਦਾ ਹੈ ਇਹ ਨਾ ਬੋਲੇ ਚੁੱਪ ਕਰ ਰਹੇ। ਤੇ ਕੁਝ ਬੋਲਦੇ ਨਹੀਂ ਸਨ। ਹਰ ਵਕਤ ਖਾਮੋਸ਼ ਹੋ ਕੇ ਬੈਠੇ ਰਹਿੰਦੇ ਸਨ, ਕਿਸੇ ਨਾਲ ਗੱਲ ਨਹੀਂ ਸੀ ਕਰਦੇ। ਦੋਹਰਾ ਅਹਿਮਦ ਸ਼ਾਹ ਲਾਹੌਰ ਮਲ ਪੜਿਓ ਦਿੱਲੀ ਕੇ ਰਾਹੇ। ਸਾਧ ਸੰਗਤ ਜੀ, ਅਹਿਮਦ ਸ਼ਾਹ ਅਬਦਾਲੀ ਇਹ ਬੜਾ ਗਰੀਬ ਸੀਗਾ ਪਹਿਲਾਂ।
ਜਿਵੇਂ ਨਾਦਰ ਸ਼ਾਹ ਸੀਗਾ, ਉਹਨਾਂ ਇਹ ਵੀ ਬੜਾ ਗਰੀਬ ਸੀ, ਪਰ ਦਿਮਾਗ ਬੜਾ ਤੇਜ਼ ਸੀ ਇਹਦਾ। ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ ਵੀ ਆਪਣੀ ਦਿਮਾਗ ਦੀ ਤੇਜ਼ੀ ਵਰਤਦਿਆਂ ਹੋਇਆਂ ਜਿਹੜਾ ਇਹ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀਗਾ, ਇਹ ਨਾਦਰ ਸ਼ਾਹ ਦਾ ਸੈਨਾਪਤੀ ਬਣ ਗਿਆ, ਕਮਾਂਡਰ ਬਣ ਗਿਆ ਫੌਜ ਦਾ। ਤੇ ਜਦੋਂ ਨਾਦਰ ਸ਼ਾਹ ਦੀ ਮੌਤ ਹੋਈ ਤੇ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਇਹ ਤਖਤ ਦਾ ਵਾਰਸ ਬਣ ਗਿਆ। ਬਲਖ ਬੁਗਾਰਾ, ਕੰਧਾਰ, ਅਫਗਾਨਿਸਤਾਨ, ਇਹ ਸਾਰੇ ਇਲਾਕੇ ਜਿਹੜੇ ਨੇ ਜਿੱਤ ਲਏ ਤੇ ਕਿਤੇ ਉਹ ਤਾਕਤਵਰ ਬਾਦਸ਼ਾਹ ਬਣ ਗਿਆ, ਹਕੂਮਤ ਕਰਨ ਲੱਗ ਪਿਆ। ਇਹ ਪਰਮੇਸ਼ਰ ਦੀ ਖੇਡ ਹੈ, ਉਹ ਜਦੋਂ ਚਾਹੇ ਤੇ ਕਿਸੇ ਨੂੰ ਰਾਜ ਦੇ ਸਕਦਾ, ਜਦੋਂ ਚਾਹੇ ਤੇ ਕਿਸੇ ਕੋਲੋਂ ਭੀਖ ਵੀ ਮੰਗਾ ਲੈਂਦਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ 8 ਵੱਡੇ ਹਮਲੇ ਕੀਤੇ ਸਨ। ਹੁਣ ਨਾਦਰ ਸ਼ਾਹ ਦੀ ਮੌਤ ਹੋ ਗਈ। ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਅਹਿਮਦ ਸ਼ਾਹ ਲਾਹੌਰ ਮੱਲ ਅਹਿਮਦ ਸ਼ਾਹ ਹਿੰਦੁਸਤਾਨ ਆਇਆ। ਹਿੰਦੁਸਤਾਨ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਉਹਨੇ ਲਾਹੌਰ ਤੇ ਕਬਜ਼ਾ ਕੀਤਾ ਹੈ। ਪੜਿਓ ਦਿੱਲੀ ਘੇਰਾ ਹੈ, ਉਸ ਤੋਂ ਬਾਅਦ ਉਹ ਦਿੱਲੀ ਦੇ ਰਾਹ ਪੈ ਗਿਆ, ਦਿੱਲੀ ਨੂੰ ਚੱਲ ਪਿਆ ਹੈ। ਲਾਹੌਰ ਦੀ ਹਿਫਾਜ਼ਤ ਕਰਨ ਵਾਸਤੇ ਆਪਣੀ ਫੌਜ ਕੁਝ ਕੋਥੇ ਛੱਡ ਗਿਆ, ਥੋੜੀ ਜੀ ਫੌਜ ਛੱਡ ਗਿਆ ਵੀ ਲਾਹੌਰ ਤੇ ਮੇਰਾ ਕਬਜ਼ਾ, ਕਿਤੇ ਕੋਈ ਹਮਲਾ ਕਰਕੇ ਲਾਹੌਰ ਨਾ ਮੇਰੇ ਕੋਲੋਂ ਖੋਹ ਲਵੇ। ਪਰ ਹੁਣ ਉੱਥੇ ਸਿੰਘ ਹਮਲਾ ਕਰਦੇ ਨੇ, ਹਮਲਾ ਕਰਨਾ ਸਿੰਘਾਂ ਨੇ ਤੁਰਕਾਂ ਨੂੰ ਲੁੱਟ ਲੈਣਾ। ਹੁਣ ਉਹ ਬੜੇ ਤੰਗ ਹੋ ਗਏ, ਉਹਨਾਂ ਨੂੰ ਨਹੀਂ ਸੀ ਪਤਾ ਵੀ ਸਿੰਘ ਕੌਣ ਹੁੰਦੇ ਨੇ। ਪੁੱਛਦੇ ਵੀ ਕੌਣ ਨੇ ਜਿਹੜੇ ਸਾਨੂੰ ਵੀ ਲੁੱਟ ਲੈਂਦੇ ਨੇ। ਅਖੀਰ ਕਿਸੇ ਨੇ ਆਖਿਆ ਵੀ ਇਹ ਸਿੰਘ ਨੇ ਜਿਹੜੇ ਤੁਹਾਨੂੰ ਲੁੱਟਦੇ ਨੇ, ਇਹ ਆਕੀ ਨੇ, ਬਾਗੀ ਨੇ, ਇਹਨਾਂ ਦਾ ਮੁਕਾਬਲਾ ਅੱਜ ਤਾਈਂ ਕੋਈ ਨਹੀਂ ਕਰ ਸਕਿਆ। ਨਿਕਸੀ ਫੌਜ ਲਾਹੌਰ ਤੇ ਲਾਹੌਰ ਤੋਂ ਇਸ ਤਰ੍ਹਾਂ ਫਿਰ ਜਿਹੜੀ ਫੌਜ ਸੀ ਉਹ ਬਾਹਰ ਨਿਕਲੀ ਅਹਿਮਦ ਸ਼ਾਹ ਅਬਦਾਲੀ ਦੀ। ਅੱਤ ਬੜ ਮਰਦ ਗਣਾਏ, ਜਿਹੜੇ ਵੱਡੇ ਵੱਡੇ ਤਾਕਤਵਰ ਸੂਰਮੇ ਸਨ ਗਿਣਤੀ ਦੇ, ਉਹਨਾਂ ਸੂਰਮਿਆਂ ਨੂੰ ਉਹਨਾਂ ਨੇ ਫੌਜ ਵਿੱਚੋਂ ਬਾਹਰ ਕੱਢਿਆ ਹੈ। ਆਖਣ ਲੱਗੇ ਵੀ ਕਿੱਥੇ ਨੇ ਸਿੱਖ, ਕਿੱਥੇ ਰਹਿੰਦੇ ਨੇ, ਸਾਨੂੰ ਚੱਲ ਕੇ ਦਿਖਾਓ, ਅਸੀਂ ਵੇਖਣਾ ਚਾਹੁੰਦੇ ਹਾਂ ਵੀ ਕਿਹੋ ਜਿਹੇ ਬਹਾਦਰ ਵੱਡੇ ਸੂਰਮੇ ਹਾਨੇ ਸਿੰਘ। ਵੱਡੇ ਵੱਡੇ ਇਹਨਾਂ ਦੇ ਪਾਸ ਸਰੀਰ ਸਨ, ਵੱਡੇ ਵੱਡੇ ਘੋੜਿਆਂ ਤੇ ਤਾਕਤਵਰ ਘੋੜਿਆਂ ਦੇ ਉੱਪਰ ਬੈਠੇ ਹੋਏ ਨੇ। ਇਸੇ ਪ੍ਰਕਾਰ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ, ਅਹਿਮਦ ਸ਼ਾਹ ਅਬਦਾਲੀ ਦੇ ਵਿੱਚ ਵੱਡੇ ਖਾਨ ਜਿਹੜੇ ਸਨ, ਉਹਨਾਂ ਖਾਨਾਂ ਵਿੱਚੋਂ ਵੀ ਵੱਡੇ ਖਾਨ ਗਿਣੇ ਜਾਂਦੇ ਹਨ। ਸਾਤ ਸ਼ਾਹ ਜੋ ਖਾਨਾ ਖਾਨ, ਇਹਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ। ਪਹਿਲਾ, ਜਿਹੜੇ ਅਹਿਮਦ ਸ਼ਾਹ ਅਬਦਾਲੀ ਨਾਲ ਬਹਿ ਕੇ ਭੋਜਨ ਖਾਂਦੇ ਸਨ, ਖਾਣਾ ਖਾਂਦੇ ਸਨ। ਦੂਸਰਾ ਇਹਦਾ ਭਾਵ ਹੈ ਵੀ ਜਿਹੜੇ ਖਾਨਾਂ ਵਿੱਚੋਂ ਵੱਡੇ ਵੱਡੇ ਖਾਨ ਸਨ, ਉਹ ਜਿਹੜੇ ਗਿਲਜੇ ਜਿਹੜੇ ਸਨ ਇਕੱਠੇ ਹੋ ਕਰਕੇ ਸਿੰਘਾਂ ਦੇ ਨਾਲ ਲੜਾਈ ਕਰਨ ਵਾਸਤੇ ਤੁਰ ਪਏ। ਸਿਰ ਦੇ ਉੱਪਰ ਲੋਹੇ ਦਾ ਟੋਪ ਤੇ ਸਰੀਰ ਉੱਪਰ ਸੰਜੋ ਪਾਈ ਹੋਈ ਹੈ, ਤੇ ਸੁਥਣ ਜਿਹੜੀ ਸੀ ਉਹ ਵੀ ਲੋਹੇ ਦੀ ਪਾਈ ਹੋਈ ਸੀ। ਪਜਾਮਾ ਆਦਿਕ ਸੀ, ਉਹ ਵੀ ਲੋਹੇ ਦਾ ਬਣਿਆ ਹੋਇਆ ਸੀ, ਉਹਨਾਂ ਨੇ ਉਹ ਧਾਰਨ ਕੀਤਾ ਹੋਇਆ ਹੈ। ਪੈਰਾਂ ਦੇ ਵਿੱਚ ਵੀ ਲੋਹੇ ਦੀ ਜੁੱਤੀ ਪਾਈ ਹੋਈ ਸੀ ਤੇ ਹੱਥਾਂ ਦੇ ਵਿੱਚ ਲੋਹੇ ਦੇ ਦਸਤਾਨੇ ਪਾਏ ਸਨ। ਇਸੇ ਪ੍ਰਕਾਰ ਜਿਹੜੇ ਘੋੜੇ ਸਨ, ਘੋੜਿਆਂ ਉੱਪਰ ਵੀ ਉਹਨਾਂ ਨੇ ਲੋਹੇ ਦੇ ਕਵਚ ਪਾਏ ਹੋਏ ਸਨ। ਆਪ ਵੀ ਸਾਰੇ ਲੋਹੇ ਦੇ ਨਾਲ ਮੜੇ ਹੋਏ, ਇਸ ਤਰ੍ਹਾਂ 7-7 8-8 ਫੁੱਟ ਦੇ ਜਵਾਨ ਸਨ। ਤੇ ਜਿਹੜੇ ਘੋੜਿਆਂ ਤੇ ਬਹਿੰਦੇ ਸਨ, ਉਹ ਘੋੜਾ ਬਹੁਤੀ ਦੇਰ ਚੱਲ ਨਹੀਂ ਸੀ ਸਕਦਾ। ਕਹਿੰਦੇ ਥੋੜੀ ਦੇਰ ਬਾਅਦ ਇਹਨਾਂ ਨੂੰ ਘੋੜਾ ਬਦਲਣਾ ਪੈਂਦਾ ਸੀਗਾ, ਨਹੀਂ ਤਾਂ ਘੋੜੇ ਮਰ ਜਾਂਦੇ ਸਨ। ਇਹੋ ਜਿਹੇ ਜਵਾਨ ਸਨ, ਕਈ ਮਣ ਲੋਹਾ ਸਰੀਰ ਤੇ ਚੁੱਕਿਆ ਹੋਇਆ ਹੈ, ਤੇ ਘੋੜਿਆਂ ਉੱਪਰ ਵੀ ਇਹਨਾਂ ਨੇ ਲੋਹੇ ਦੀਆਂ ਕਾਠੀਆਂ ਪਾਈਆਂ ਹੋਈਆਂ ਹਨ। ਇਹੋ ਜਿਹੇ ਬਹੁਤ ਸਾਰੇ ਜਿਹੜੇ ਗਿਲਜੇ ਸਨ ਉਹ ਚੜ ਕੇ ਆ ਗਏ ਹਨ। ਇਹਨਾਂ ਨੇ ਨਾਲ ਜਿਹੜੇ ਕਸੂਰੀ ਪਠਾਨ ਸਨ ਉਹ ਲੈ ਲਏ ਵੀ ਚਲੋ ਸਾਨੂੰ ਵਿਖਾਓ ਵੀ ਸਿੰਘ ਕਿਹੋ ਜਿਹੇ ਨੇ ਤੇ ਕਿੱਥੇ ਰਹਿੰਦੇ ਹਨ। ਸਾਧ ਸੰਗਤ ਜੀ, ਬੁੱਢੇ ਕਾ ਕੋਟ, ਸਤਲੁਜ ਨੂੰ ਬਿਆਸ ਨੂੰ ਜਦੋਂ ਜਾਈਏ ਉੱਥੇ ਪੈਂਦਾ ਦਰਿਆ ਦੇ ਲਾਗੇ ਬੁੱਢੇ ਕਾ ਕੋਟ। ਇੱਥੇ ਕਾਫੀ ਸਿੰਘ ਰਹਿੰਦੇ ਸਨ ਤੇ ਸਿੰਘਾਂ ਦੇ ਬਹੁਤ ਸਾਰੇ ਘਰ ਸਨ, ਤੇ ਅਕਸਰ ਹੀ ਸਾਧ ਸੰਗਤ ਜੀ ਖਾਲਸਾ ਇੱਥੇ ਨਿਵਾਸ ਕਰਦਾ ਸੀ। ਪਰ ਜਿਹੜੇ ਹਲਕਾਰੇ ਸਨ
ਉਹਨਾਂ ਨੇ ਜਾ ਕੇ ਸਿੰਘਾਂ ਦੀ ਚੁਗਲੀ ਕੀਤੀ ਵੀ ਬੁੱਢੇ ਕੋਟ ਵਿੱਚ ਬੜੇ ਸਿੰਘ ਰਹਿੰਦੇ ਨੇ, ਤੇ ਜ਼ਕਰੀਆ ਖਾਨ ਨੇ ਬਹੁਤ ਸਾਰੇ ਸਿੰਘ ਜਿਹੜੇ ਉਹ ਸ਼ਹੀਦ ਕਰ ਦਿੱਤੇ ਸਨ ਉਸ ਪਿੰਡ ਦੇ। ਤੇ ਉਸ ਪਿੰਡ ਵਿੱਚ ਹੁਣ ਬਹੁਤੇ ਸਿੰਘ ਰਹਿੰਦੇ ਨਹੀਂ ਸਨ। ਪਹਿਲਾਂ ਬੜੀ ਗਿਣਤੀ ਸੀ, ਸੰਘਣੇ ਘਰ ਸਨ ਸਿੰਘਾਂ ਦੇ, ਪਰ ਜ਼ਕਰੀਆ ਖਾਨ ਨੇ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਹਨ। ਚੌਪਈ ਸਿੰਘ ਰਹਿ ਕਿਥੇ ਦਰਿਆ ਕਿਨਾਰੇ, ਹੁਣ ਜਿਹੜੇ ਸਿੰਘ ਸਨ ਉੱਥੇ ਦਰਿਆ ਦੇ ਕੰਢੇ ਤੇ ਰਹਿੰਦੇ ਹਨ। ਗਿਲਜਣ ਲੱਖ ਸਿੰਘ ਹੋ ਗਏ ਪਾਰੇ। ਸਾਧ ਸੰਗਤ ਜੀ, ਜਦੋਂ ਗਿਲਜੇ ਆ ਗਏ ਨਾ, ਤੇ ਸਿੰਘ ਜਿਹੜੇ ਸਨ ਉਹ ਬੁੱਢਾ ਕੋਟ ਜਿਹੜਾ ਪਿੰਡ ਸੀਗਾ ਉਹਨੂੰ ਛੱਡ ਕੇ ਤੇ ਦਰਿਆ ਤੋਂ ਪਰਲੇ ਪਾਸੇ ਚਲੇ ਗਏ ਨੇ। ਉਹ ਦਰਿਆ ਦੇ ਕੰਢੇ ਤੇ ਰਹਿੰਦੇ ਵੀ ਇਸੇ ਕਰਕੇ ਸਨ ਵੀ ਜਦੋਂ ਤੁਰਕਾਂ ਨੇ ਆਉਣਾ ਪਿੰਡ ਛੱਡ ਦੇਣਾ ਤੇ ਦਰਿਆ ਤੋਂ ਪਰਲੇ ਪਾਸੇ ਜਾ ਕੇ ਲੁਕ ਜਾਣਾ। ਤੇ ਜਦੋਂ ਗਿਲਜਿਆਂ ਨੇ ਵੇਖਿਆ ਵੀ ਸਿੰਘ ਤਾਂ ਦੌੜ ਗਏ, ਉਹਨਾਂ ਨੂੰ ਬੜਾ ਹੰਕਾਰ ਆ ਗਿਆ ਹੈ। ਉਹਨਾਂ ਨੇ ਲਿਖ ਕੇ ਨਾ ਸਿੰਘਾਂ ਵੱਲ ਚਿੱਠੀ ਭੇਜ ਦਿੱਤੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਬਚਨ ਲਿਖ ਕੇ ਸਿੰਘਾਂ ਕੋਲ ਭੇਜੇ ਹਨ। ਆਖਿਆ ਭਾਈ ਅਸੀਂ ਅਹਿਮਦ ਸ਼ਾਹ ਅਬਦਾਲੀ ਦੇ ਖਾਸ ਭਰਾ ਹਾਂ, ਇੱਥੇ ਤੁਹਾਡੇ ਨਾਲ ਜੰਗ ਕਰਨ ਵਾਸਤੇ ਲੜਨ ਵਾਸਤੇ ਆਏ ਹਾਂ। ਤੁਸੀਂ ਆਪਣੇ ਆਪ ਨੂੰ ਬੜੇ ਵੱਡੇ ਸਿੰਘ ਸਿਪਾਹੀ ਅਖਵਾਉਂਦੇ ਹੋ। ਤੁਹਾਡੀ ਬੜੀ ਮਹਿਮਾ ਸੁਣੀ, ਬੜੀ ਵਡਿਆਈ ਸੁਣੀ ਆ ਕਿ ਤੁਹਾਡਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਤੇ ਅਸੀਂ ਬਾਦਸ਼ਾਹ ਦੇ ਖਾਸ ਹੋਣ ਦੇ ਬਾਵਜੂਦ ਤੁਹਾਡੀ ਲੜਾਈ ਵੇਖਣ ਵਾਸਤੇ ਆਏ ਆ। ਆਓ ਬਾਹਰ ਨਿਕਲੋ, ਆ ਕੇ ਸਾਡੇ ਨਾਲ ਜੰਗ ਕਰੋ, ਇੱਥੇ ਆ ਕੇ ਸਾਡੇ ਨਾਲ ਮੁਕਾਬਲਾ ਕਰੋ। ਇਹ ਜਿਹੜੀ ਚਿੱਠੀ ਲਿਖ ਕੇ ਸਿੰਘਾਂ ਤਾਈਂ ਭੇਜੀ ਹੈ। ਬਾਕੀ ਆਪਾਂ ਕੱਲ ਦੇ ਪ੍ਰਕਰਨ ਦੇ ਵਿੱਚ ਸਰਵਣ ਕਰਾਂਗੇ ਇਹਨਾਂ ਗਿਲਜਿਆਂ ਦਾ, ਕਿਵੇਂ ਸਿੰਘ ਟਾਕਰਾ ਕਰਨਗੇ। ਭਾਈ ਸੁੱਖਾ ਸਿੰਘ ਦੇ ਬਹਾਦਰੀ ਦੇ ਕਈ ਕਿੱਸੇ ਨੇ, ਉਹ ਭਾਈ ਸਾਹਿਬ ਨੇ ਲੜੀਵਾਰ ਕਥਾ ਲਿਖੀ, ਉਹ ਸਾਰੀ ਕਥਾ ਆਪਾਂ ਸਰਵਣ ਕਰਾਂਗੇ। ਸੋ ਅੱਜ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤਿੰਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਆਪਾਂ ਕਰੀਬਨ 3-4 ਦਿਨ ਪਹਿਲਾਂ ਉਹਨਾਂ ਦਾ ਸ਼ਹੀਦੀ ਸਾਕਾ ਵੀ ਸੁਣਿਆ। ਭਾਈ ਮਨੀ ਸਿੰਘ ਜੀ ਦਾ ਰਾਜਪੂਤ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ। 13 ਸਾਲ ਦੀ ਉਮਰ ਵਿੱਚ 7ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਆਏ। ਇਸ ਤਰ੍ਹਾਂ ਭਾਈ ਲੱਖੀ ਸ਼ਾਹ ਵਣਜਾਰਾ, ਉਹਨਾਂ ਦੀ ਬੇਟੀ ਨਾਲ ਭਾਈ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ, ਤੇ ਜਿਨ੍ਹਾਂ ਦਾ ਨਾਮ ਬੀਬੀ ਸੀਤੋ ਸੀ। ਬਾਅਦ ਵਿੱਚ ਉਹਨਾਂ ਦਾ ਨਾਮ ਬੀਬੀ ਬਸੰਤ ਕੌਰ। 10ਵੇਂ ਪਾਤਸ਼ਾਹ ਦੇ ਨਾਲ ਜੰਗਾਂ ਯੁੱਧਾਂ ਵਿੱਚ ਵੀ ਹਾਜ਼ਰ ਰਹੇ, ਤੇ ਦਿੱਲੀ ਵਿੱਚ ਮਾਤਾ ਜੀ ਦੇ ਨਾਲ ਚਲੇ ਗਏ ਜਦੋਂ ਸਰਸਾ ਤੋਂ ਵਿਛੋੜਾ ਪਿਆ। ਫਿਰ ਦਮਦਮਾ ਸਾਹਿਬ ਜਾ ਕੇ ਕਲਗੀਧਰ ਜੀ ਨੂੰ ਮਿਲੇ। ਸਤਿਗੁਰੂ ਕਲਗੀਧਰ ਜੀ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਆ ਕੇ ਕਾਫੀ ਸਮਾਂ ਰਹੇ, ਤੇ ਮਾਤਾ ਸੁੰਦਰੀ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਉਹਨਾਂ ਨੂੰ ਸੌਂਪੀ ਹੈ। ਬੜਾ ਲੰਮਾ ਸਮਾਂ ਖਾਲਸੇ ਪੰਥ ਦੀ ਸੇਵਾ ਦੇ ਵਿੱਚ ਉਹ ਜੁਟੇ ਰਹੇ ਨੇ। ਇਸੇ ਪ੍ਰਕਾਰ ਸੋ ਦੀਵਾਲੀ ਦਾ ਜਿਹੜਾ ਮੇਲਾ ਸੀ ਉਹਨਾਂ ਨੇ ਉਹ ਮਨਾਉਣਾ ਸੀਗਾ, ਤੇ ਜ਼ਕਰੀਆ ਖਾਨ ਦੇ ਨਾਲ ਗੱਲਬਾਤ ਕਰਕੇ 10,000 ਟਕਾ ਮੁਕਰਰ ਕਰਕੇ ਉਹਨਾਂ ਨੇ ਵਿਉਂਤ ਬਣਾਈ ਵੀ ਆਪਾਂ ਇੱਥੇ ਮੇਲਾ ਮਨਾਵਾਂਗੇ। ਪਰ ਲਖਪਤ ਰਾਏ ਦੀ ਨੀਤੀ ਖੋਟੀ ਸੀ, ਇਸ ਕਰਕੇ ਉਹ ਫੌਜ ਲੈ ਕੇ ਆ ਗਿਆ ਵੀ ਸਿੰਘ ਇਕੱਠੇ ਹੋਣਗੇ ਇਹਨਾਂ ਨੂੰ ਮਾਰ ਦਿਆਂਗੇ। ਭਾਈ ਮਨੀ ਸਿੰਘ ਜੀ ਨੇ ਖਾਲਸੇ ਨੂੰ ਮਨਾ ਕਰ ਦਿੱਤਾ, ਕਿਸੇ ਨੇ ਆਉਣਾ ਨਹੀਂ। ਚੜ੍ਹਤ ਨਹੀਂ ਚੜ੍ਹੀ। ਉਹ ਕਹਿੰਦੇ ਜੀ 10,000 ਰੁਪਇਆ ਦਿਓ। ਭਾਈ ਮਨੀ ਸਿੰਘ ਕਹਿੰਦੇ ਵੀ 10,000 ਰੁਪਇਆ ਕਾਹਦਾ, ਵੀ ਤੁਸੀਂ ਇੱਥੇ ਖੋਟੀ ਨੀਤ ਨਾਲ ਸੰਗਤ ਨੂੰ ਇਕੱਠਾ ਨਹੀਂ ਹੋਣ ਦਿੱਤਾ, ਤੇ 10,000 ਰੁਪਇਆ ਤੁਹਾਨੂੰ ਕਾਹਦਾ ਦਈਏ, ਸੰਗਤ ਆਈ ਨਹੀਂ। ਉਹਨਾਂ ਨੇ ਫਿਰ ਫਤਵਾ ਲਾਇਆ ਵੀ ਬੰਦ ਕੱਟਿਆ ਜਾਏ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦਾ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਕਈ ਕਹਿੰਦੇ ਜੀ 52 ਜੀ ਉਹਨਾਂ ਦੇ ਪਰਿਵਾਰ ਦੇ ਸ਼ਹੀਦ ਹੋਏ, ਨਹੀਂ। ਭਾਈ ਮਨੀ ਸਿੰਘ ਜੀ ਦੇ 62 ਤੋਂ ਜ਼ਿਆਦਾ ਜੀ ਪਰਿਵਾਰ ਦੇ ਵਿੱਚ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਐਡਾ ਉਹਨਾਂ ਦਾ ਮਹਾਨ ਪਰਿਵਾਰ ਸੀਗਾ। ਭਾਈ ਬੱਲੂ ਜੀ 6ਵੇਂ ਪਾਤਸ਼ਾਹ ਦੇ ਨਾਲ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਉਹ ਸ਼ਹੀਦ ਹੋਏ। ਤੇ ਭਾਈ ਬੱਲੂ ਜੀ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸਨ। ਭਾਈ ਮਾਈ ਦਾਸ ਜੀ ਉਹਨਾਂ ਦੇ ਪਿਤਾ ਸਨ। ਭਾਈ ਮਨੀ ਸਿੰਘ ਜੀ ਦੇ ਪੁੱਤਰ, ਉਹਨਾਂ ਦੇ ਭਰਾ, ਕਰੀਬਨ ਸਾਰਾ ਪਰਿਵਾਰ ਹੀ ਜਿਹੜਾ ਸ਼ਹੀਦਾਂ ਦਾ ਪਰਿਵਾਰ ਹੋਇਆ। ਐਸੇ ਯੋਧੇ ਨੂੰ ਕੋਟਾਨ ਕੋਟਵਾਰ ਨਮਸਕਾਰ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਹੈ ਗੋਬਿੰਦ ਹੈ ਗੋਪਾਲ ਹੈ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ हे ਸਮਰੱਥ ਅਗੰਮ ਪੂਰਨ ਮੋਹਿ ਮਇਆ ਅੰਧਕੂਪ ਮਹਾ ਭਿਆਨ ਨਾਨਕ ਪਾਰਿਓ ਤਾ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ।
ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਚੜ੍ਹੇ ਸੋ ਉਤਰੇ ਪਾ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ